ਤੁਸੀਂ ਕਿਹਾ ਕਿ ਬੱਚੇ ਦੀ ਰਿਫਿਊਜ਼ਲ ਆ ਗਈ ਜਾਂ ਰਿਫਿਊਜ਼ਲ ਐਡਿਟ ਕਰ ਦਿੰਦੇ ਹੋ, ਉਹਦਾ ਕੀ ਮਤਲਬ ਹੈ? ਭਾਜੀ ਵੇਖੋ ਰਿਫਿਊਜ਼ਲ ਆ ਗਈ, ਫੇਕ ਆਇਲਸ ਲਾਤਾ, ਐਡਮਿਸ਼ਨ ਅੰਬੈਸੀ ਚ ਲੱਗ ਗਏ, ਅੰਬੈਸੀ ਨੇ ਫੜ ਲਿਆ ਫੇਕ ਹੈ, ਉਹਨੇ ਬੈਨ ਲਾਤਾ ਤੁਹਾਡਾ 3 ਸਾਲ ਦਾ, ਏਜੰਟ ਫਸ ਗਿਆ, ਬੱਚੇ ਨੂੰ ਦੱਸੂਗਾ ਜੁੱਤੀਆਂ ਪੈਣਗੀਆਂ। ਉਹ ਜਿਹੜਾ ਬੈਨ ਲੱਗਿਆ ਉਹ ਬੱਚੇ ਨੂੰ ਈਮੇਲ ਜਾਂ ਬੱਚੇ ਦੇ ਐਡਰੈਸ ਤੇ ਕੋਈ ਮੈਸੇਜ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ, ਬੱਚਾ ਦਾ ਪਾਸਪੋਰਟ ਦੇ ਕੇ ਚਲਾ ਜਾਂਦਾ ਜੀ, ਇੰਨੇ 2 ਲੱਖ ਲੈ ਗਿਆ ਨਾਲ 3 ਲੱਖ ਦੇ ਕੇ ਏਜੰਟ ਨੂੰ ਚਲਾ ਗਿਆ। ਏਜੰਟ ਨੇ ਆਪਣੀ ਮੇਲ ਆਈਡੀਆਂ ਪਾਣੀਆਂ, ਆਪਣੇ ਪਾਸਵਰਡ ਰੱਖਣੇ ਆ, ਵੀਜ਼ਾ ਆ ਗਿਆ ਦਿਖਾ ਦੇਣਾ, ਜੇ ਨਹੀਂ ਆਇਆ ਰਿਫਿਊਜ਼ਲ ਚੇਂਜ ਕਰਕੇ ਉਹਨੂੰ ਰਿਫਿਊਜ਼ਲ ਦੇ ਦੇਣੀ ਆ। ਉਹ ਤਾਂ ਚਲਾ ਗਿਆ, 2 ਸਾਲ ਬਾਅਦ ਮੇਰੇ ਕੋਲ ਆਊਗਾ, ਕਿਸੇ ਹੋਰ ਕੋਲ ਜਾਊਗਾ, ਉਹ ਦੁਬਾਰਾ ਜਦੋਂ ਫਾਈਲ ਆਊਗਾ ਤਾਂ ਪਤਾ ਲੱਗੂਗਾ, ਅਦਰਵਾਈਜ਼ ਆਨਲਾਈਨ ਨਹੀਂ ਪਤਾ ਲੱਗਦਾ ਜਲਦੀ। 3 ਸਾਲ ਵਾਸਤੇ 5 ਸਾਲ ਵਾਸਤੇ ਹਾਂਜੀ 3 ਸਾਲ ਲਈ ਆਸਟ੍ਰੇਲੀਆ ਘੱਟੋ ਬੈਨ ਲਾ ਦਿੰਦੀ ਹੈ ਮੁੜ ਕੇ। ਔਰ ਜਿਹਨੇ ਵੀਜ਼ਾ ਲਾਇਆ ਉਹਨੂੰ ਪਤਾ ਵੀ ਨਹੀਂ ਕਿ ਮੈਂ ਬੈਨ ਹੋ ਚੁੱਕਿਆ। ਹਾਂਜੀ ਉਹ ਬੱਚੇ ਨੂੰ ਪਤਾ ਹੀ ਨਹੀਂ, ਉਹ ਤਾਂ 2-3 ਲੱਖ ਰੁਪਏ ਨੁਕਸਾਨ ਕਰਾ ਚੁੱਕਾ ਹੈ, ਫੰਡਾਂ ਦੇ ਪੈਸੇ ਦੇ ਚੁੱਕਾ ਹੈ, ਏਜੰਟਾਂ ਦੀ ਪ੍ਰੋਸੈਸਿੰਗ ਫੀਸ ਦੇ ਚੁੱਕਾ ਹੈ, ਨਾਲ ਆਪਣਾ 3 ਸਾਲ ਦਾ ਬੈਨ ਲਵਾ ਚੁੱਕਾ, ਨਾਲੇ ਫਿਊਚਰ ਖਰਾਬ ਕਰ। ਜਿਹੜੇ ਕਹਿ ਰਹੇ ਕਿ ਆਸਟ੍ਰੇਲੀਆ ਬਿਨਾ ਆਇਲਸ ਤੋਂ ਜਾਓ, ਤਾਂ ਇਹ ਪੂਰਾ ਨੈਕਸਸ ਹੈ? ਬਿਲਕੁਲ ਸਰ, ਬਿਲਕੁਲ ਨਹੀਂ ਜਾ ਸਕਦੇ ਸਰ। ਸੋਚੋ 1-2 ਯੂਨੀਵਰਸਿਟੀਆਂ ਜਿਹੜੀਆਂ ਲੈਂਦੀਆਂ, ਲੇਕਿਨ ਆਪਣੇ ਪੰਜਾਬ ਜਿਹੜੇ ਸਟੂਡੈਂਟ ਦਾ ਲੈਵਲ ਹੈ ਉਹ ਬੱਚਾ ਨਹੀਂ ਜਾ ਸਕਦਾ, ਉਹ ਸਿਰਫ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ। ਕਈ ਇਹ ਵੀ ਕਹਿ ਦਿੰਦੇ ਆ 4 ਲੱਖ ਚ ਭੇਜਾਂਗੇ, 3 ਲੱਖ ਚ ਭੇਜ ਦੇਾਂਗੇ, 5 ਲੱਖ ਚ ਭੇਜ ਦੇਾਂਗੇ, ਇਹ ਸੱਚ ਹੈ? ਭਾਜੀ 4 ਲੱਖ ਤਾਂ ਉਹਨਾਂ ਦੀ ਆਪਣੀ ਫੀਸ ਹੈ, 4 ਲੱਖ ਥੋੜਾ ਭੇਜਣਾ, 4 ਲੱਖ ਤਾਂ ਆਪ ਲੈਣਾ। ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ 3 ਲੱਖ ਚ ਕਿਵੇਂ ਭੇਜ ਦੇਣਗੇ ਸਰ? ਬੱਚੇ ਨੂੰ ਪੜ੍ਹਨ ਜਾਣਾ, ਤੁਸੀਂ ਇੱਥੇ ਇੰਡੀਆ 'ਚ ਐਡਮਿਸ਼ਨ ਲੈ ਲਓ, ਲਵਲੀ ਯੂਨੀਵਰਸਿਟੀ ਦੀ ਫੀਸ ਨਹੀਂ 3 ਲੱਖ ਰੁਪਏ ਸਾਲ ਦੀ ਹੈਗੀ। ਪੰਜਾਬ 'ਚ ਭਾਜੀ 10 ਚੋਂ 9 ਏਜੰਟ ਗਲਤ ਕੰਮ ਕਰਦੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਅਕਸਰ ਬਹੁਤ ਸਾਰੇ ਲੋਕਾਂ ਨਾਲ ਏਜੰਟਾਂ ਵੱਲੋਂ ਠੱਗੀ ਕੀਤੀ ਜਾਂਦੀ ਹੈ, ਤੁਹਾਨੂੰ ਦੱਸਿਆ ਨਹੀਂ ਜਾਂਦਾ ਕਿੰਜ ਤੁਹਾਡੇ ਫੇਕ ਡਾਕੂਮੈਂਟ ਲਾ ਕੇ ਅੰਬੈਸੀ 'ਚ ਭੇਜੇ ਜਾਂਦੇ ਆ। ਵੀਜ਼ਾ ਆ ਗਿਆ ਤਾਂ ਚੋਖੇ ਪੈਸੇ ਲੈ ਲਏ, ਨਾ ਆਇਆ ਜਾਂ ਤੁਸੀਂ ਬੈਨ ਹੋ ਗਏ ਤਾਂ ਫਿਰ ਉਸ ਤੋਂ ਬਾਅਦ ਤੁਹਾਡੀ ਕੋਈ ਸੁਣਵਾਈ ਨਹੀਂ ਹੁੰਦੀ, ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਦਰਅਸਲ ਹੋਇਆ ਕੀ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਹੁਣ ਦੁਬਾਰਾ ਇਹ ਇੰਡਸਟਰੀ ਉੱਠਣ ਲੱਗ ਗਈ ਹੈ, ਫਲਾਈਟਾਂ ਜਾਣ ਲੱਗ ਗਈਆਂ, ਲੋਕ ਹੌਲੀ ਹੌਲੀ ਜਾਣ ਲੱਗ ਗਏ ਹੈ, ਤਾਂ ਹੁਣ ਚਰਚਾ ਬਹੁਤ ਜ਼ਰੂਰੀ ਹੈ, ਤੁਹਾਡੇ ਤੱਕ ਇਹ ਜਾਣਕਾਰੀ ਬਹੁਤ ਲਾਜ਼ਮੀ ਹੈ ਅਸੀਂ ਦਈਏ। ਸਾਡੇ ਨਾਲ ਸਮਾਰਟ ਸਟੱਡੀ ਤੋਂ ਹਰਸਿਮਰਨ ਸਿੰਘ ਕਾਲੜਾ ਸਾਹਿਬ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਐਸੇ ਲੋਕ ਸਾਡੇ ਤੱਕ ਕਈ ਵਾਰੀ ਕਾਲ ਕਰਦੇ, ਅਪਰੋਚ ਕਰਦੇ ਹੈ ਕਿ ਅਸੀਂ ਆਸਟ੍ਰੇਲੀਆ ਦਾ ਫਾਈਲ ਲਾਈ ਸੀ ਔਰ ਜਾਂ ਕੈਨੇਡਾ ਦੀ ਮਿਸਾਲ ਦੇ ਤੌਰ 'ਤੇ ਫਾਈਲ ਲਾਈ ਸੀ, ਫਲਾਨਾ ਡਾਕੂਮੈਂਟ ਅਸੀਂ ਨਹੀਂ ਦਿੱਤਾ ਸੀ, ਪਰ ਬਾਅਦ 'ਚ ਪਤਾ ਲੱਗਿਆ ਕਿ ਸਾਡਾ ਡਾਕੂਮੈਂਟ ਲਾਇਆ ਗਿਆ ਤੇ ਰਿਜੈਕਸ਼ਨ ਆ ਗਈ। ਇਸ ਤਰ੍ਹਾਂ ਹੁੰਦਾ? ਮੱਕੜ ਸਾਹਿਬ, ਪੰਜਾਬ ਦੀ ਇੰਡਸਟਰੀ 'ਚ 90% ਕੰਮ ਇੱਦਾਂ ਹੀ ਹੁੰਦਾ, ਮਤਲਬ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਸਾਨੂੰ ਪੈਸੇ ਦੇ ਦਿਓ, ਇੰਨੇ ਪੈਸੇ ਲੈ ਲਓ, ਵੀਜ਼ਾ ਲੈ ਲਓ, ਲੇਕਿਨ ਉਹ ਵੀਜ਼ਾ ਦਿਵਾਉਣ ਦੇ ਵਿੱਚ ਕਿੰਨੇ ਫੇਕ ਡਾਕੂਮੈਂਟ ਲੱਗਦੇ ਆ, ਬੱਚੇ ਦੇ ਅਕੈਡਮਿਕਸ ਤੋਂ ਲੈ ਕੇ, ਉਹਦੇ ਫੰਡਾਂ ਤੋਂ ਲੈ ਕੇ, ਉਹਦੇ ਸਪਾਊਸ ਦੇ ਡਾਕੂਮੈਂਟ ਤੋਂ ਲੈ ਕੇ। ਹੁਣ ਜਿਹੜਾ ਸਭ ਤੋਂ ਵੱਧ ਅੱਜ ਕੱਲ੍ਹ ਚੱਲਦਾ ਪਿਆ ਧੰਦਾ ਪੰਜਾਬ ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਏਜੰਟਾਂ ਨੇ ਜਿਹੜਾ ਬਣਾਇਆ ਹੋਇਆ, ਮੈਂ ਵੀ ਐਸੇ ਇੰਡਸਟਰੀ ਤੋਂ ਹਾਂ, ਲੇਕਿਨ ਜਿਹੜਾ ਸਭ ਤੋਂ ਵੱਧ ਪ੍ਰਮੋਟ ਕਰ ਰਿਹਾ ਵਿਦਆਊਟ ਆਈਲੈਟਸ। ਭਾਜੀ ਆਸਟ੍ਰੇਲੀਆ 'ਚ ਕੋਈ ਯੂਨੀਵਰਸਿਟੀ ਵਿਦਆਊਟ ਆਈਲੈਟਸ ਐਡਮਿਸ਼ਨ ਨਹੀਂ ਦਿੰਦੀ, ਲੇਕਿਨ ਫਰੋਡ ਆਈਲੈਟਸ ਲਗਾ ਕੇ, ਫਰੋਡ ਪੀਟੀ ਲਗਾ ਕੇ ਬੱਚੇ ਦੀ ਰਿਜ਼ੈਂਬਲੈਂਸ ਚੱਲਦੀ ਹੈ ਭਾਜੀ, ਬੱਚੇ ਦੀ ਮਿਲਦੀ ਜੁਲਦੀ ਸ਼ਕਲ ਹੈ। ਹੁਣ ਮੇਰੇ ਨਾਲ ਦਾ ਕੋਈ ਹੋਰ ਬੱਚਾ ਹੈ, ਉਹਦੇ ਨਾਲ ਮਿਲਦੀ ਜੁਲਦੀ ਸ਼ਕਲ ਲਾ ਕੇ, ਨਾਮ ਹਰਸਿਮਰਨ ਕੋਈ ਹੋਰ ਚੱਕ ਕੇ, ਉਹਦੇ ਫਰੋਡ ਆਈਲੈਟਸ ਦੇ ਨਾਂ 'ਤੇ ਭਾਜੀ ਬੱਚਿਆਂ ਨੂੰ ਦਾਖਲਾ ਦਵਾਇਆ ਜਾ ਰਿਹਾ। ਮੈਨੂੰ ਥੋੜ੍ਹਾ ਜਿਹਾ ਇਹਨੂੰ ਡਿਟੇਲ 'ਚ ਐਕਸਪਲੇਨ ਕਰੋ। ਮਿਸਾਲ ਦੇ ਤੌਰ 'ਤੇ ਜੇਕਰ ਮੈਂ ਤੁਹਾਡੇ ਕੋਲੇ ਆਉਣਾ, ਮੇਰੇ ਕੋਲੇ ਆਇਲਸ ਨਹੀਂ ਹੈ, ਪਹਿਲਾਂ ਤਾਂ ਤੁਹਾਡੀ ਮੈਂ ਟੈਗਲਾਈਨ ਮੰਨ ਲਓ ਪੜ੍ਹ ਲਈ, ਜਾਂ ਕਿਸੇ ਏਜੰਟ ਦੀ ਮੈਂ ਪੜ੍ਹ ਲਈ ਕਿ ਵਿਦਆਊਟ ਆਇਲਸ ਸਾਡੇ ਕੋਲ ਆਓ, ਮੈਂ ਜਾਣਾ ਮੇਰੇ ਕੋਲੇ ਆਇਲਸ ਨਹੀਂ ਹੈ, ਮੈਂ ਬਾਕੀ ਸਾਰੇ ਡਾਕੂਮੈਂਟ ਦੇਤੇ, ਤਾਂ ਫਿਰ ਏਜੰਟ ਕਰਦਾ ਕੀ ਹੈ? ਭਾਜੀ ਮੋਸਟਲੀ ਕੀ ਹੈ, ਆਸਟ੍ਰੇਲੀਆ 'ਚ ਲੈਵਲ 1 ਯੂਨੀਵਰਸਿਟੀ ਚੱਲ ਰਹੀਆਂ, ਮੰਨ ਲਓ ਮੇਰੇ ਕੋਲ ਏਜੰਸੀ ਦਾ ਅਪਰੂਵਡ ਏਜੰਟ ਆ ਮੈਂ, ਲੇਕਿਨ ਮੇਰੇ ਕੋਲ ਡਾਕੂਮੈਂਟ ਨਹੀਂ ਹੈਗੇ, ਮੈਂ ਆਇਲਸ ਨਹੀਂ ਕੀਤੀ, ਲੇਕਿਨ ਯੂਨੀਵਰਸਿਟੀ ਮੇਰੇ ਤੇ ਟਰਸਟ ਕਰਦੀ ਹੈ, ਮੈਂ ਫੇਕ ਡਾਕੂਮੈਂਟ ਲਾ ਕੇ ਯੂਨੀਵਰਸਿਟੀ ਨੂੰ ਭੇਜਤਾ, ਉਹਨਾਂ ਨੇ ਉਹ ਐਕਸੈਪਟ ਕਰ ਲੈਣਾ। ਏਜੰਟ ਕੀ ਕਰ ਰਿਹਾ, ਫੇਕ ਡਾਕੂਮੈਂਟ ਲਗਾ ਕੇ ਫੇਕ ਆਇਲਸ ਐਡਿਟ ਕੀਤਾ, 6.5 ਬੈਂਡ ਬਣਾਏ, ਬੱਚੇ ਨੇ ਨਹੀਂ ਕੀਤਾ, ਨਾਮ ਚੇਂਜ ਕੀਤਾ, ਉੱਪਰ ABC ਨਾਮ ਲਿਖਿਆ, ਜਸਪ੍ਰੀਤ ਸਿੰਘ ਨਾਮ ਲਿਖਿਆ, 6.5 ਬੈਂਡ ਬਣਾਤੇ, 7 ਬੈਂਡ ਬਣਾਤੇ, ਐਡਮਿਸ਼ਨ ਮਿਲ ਗਈ। ਲੇਕਿਨ ਲੈਵਲ 1 'ਚ ਕੀ ਹੈ, ਯੂਨੀਵਰਸਿਟੀ 'ਚ ਨਹੀਂ ਲੱਗਦਾ, ਕਾਲਜ ਦੇ ਵਿੱਚ ਫੇਕ ਡਾਕੂਮੈਂਟ ਲਗਾ ਕੇ ਉਹਨਾਂ ਦੀ ਐਡਮਿਸ਼ਨ ਕਰਾ ਰਿਹਾ, ਲੇਕਿਨ ਬਾਅਦ ਵਿੱਚ ਜੇਕਰ ਅੰਬੈਸੀ ਮੰਗ ਲੈਂਦੀ ਹੈ, ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਉਹਨੂੰ 10 ਸਾਲ ਦਾ ਬੈਨ ਲੱਗ ਜਾਂਦਾ ਹੈ। ਅੰਬੈਸੀ ਕਦੋਂ ਮੰਗਦੀ ਹੈ ਸਰ? ਅੰਬੈਸੀ ਕੀ ਹੈ, ਰੈਂਡਮਲੀ ਲੈਵਲ 1 ਦੇ ਵਿੱਚ ਕੀ ਹੈ, ਜਿਹੜੀ ਯੂਨੀਵਰਸਿਟੀਜ਼ ਲੈਵਲ 1 ਹੈ ਉਹਦੇ 'ਚ ਲੋੜ ਨਹੀਂ ਪੈਂਦੀ, ਕਿਸੇ ਬੱਚੇ ਦੇ ਮਗਰ 10 ਚੋਂ 2-3 ਬੱਚਿਆਂ 'ਚ ਮੰਗ ਲੈਂਦੀ ਹੈ, ਲੇਕਿਨ ਪਹਿਲਾਂ ਤਾਂ ਬੱਚਿਆਂ ਨੂੰ ਕਹਿੰਦੇ ਲੈਵਲ 1 'ਚ ਐਡਮਿਸ਼ਨ ਕਰਾਵਾਂਗੇ, ਹਰ ਬੱਚੇ ਦੀ ਲੈਵਲ 1 'ਚ ਐਡਮਿਸ਼ਨ ਨਹੀਂ ਹੁੰਦੀ, ਕਿਉਂਕਿ ਲੈਵਲ 1 ਲਈ ਬੱਚੇ ਦੇ ਨੰਬਰ 70-80%। ਲੈਵਲ 1 ਕੀ ਹੋਇਆ ਇਹ ਵੀ ਐਕਸਪਲੇਨ ਕਰੋ। ਲੈਵਲ 1 ਭਾਈ ਯੂਨੀਵਰਸਿਟੀ ਦਾ, ਜਿਨ੍ਹਾਂ ਦੀ ਆਪਾਂ ਟੌਪ ਰੇਟਿੰਗ ਕਹਿ ਸਕਦੇ, ਜਿਹੜੀ ਬਹੁਤ ਵਧੀਆ ਰੇਟਿੰਗ ਹੈ, ਜਿਵੇਂ ਟੌਪ ਦੀ ਯੂਨੀਵਰਸਿਟੀ ਹੈ,
ਕਹਿ ਸਕਦੇ ਹਾਂ ਬੈਸਟ ਕਹਿ ਸਕਦੇ ਹਾਂ। ਉਹ ਸਿਰਫ ਆਸਟ੍ਰੇਲੀਆ 'ਚ 5-7 ਹੈ। ਉਹ ਹਰ ਬੱਚੇ ਨੂੰ ਦਾਖਲਾ ਨਹੀਂ ਦਿੰਦੀ, ਗੁੰਮਰਾਹ ਕਰਕੇ ਤੁਹਾਨੂੰ ਅਸੀਂ ਵਿਦਆਊਟ ਆਇਲਸ ਭੇਜਾਂਗੇ। ਬੱਚੇ ਨੂੰ ਕਹਿੰਦੇ ਆ ਤੇਰੀ ਅਸੀਂ ਲੈਵਲ 1 'ਚ ਐਡਮਿਸ਼ਨ ਕਰਾਵਾਂਗੇ, ਠੀਕ ਹੈ। ਉਹ ਲੈਵਲ 1 'ਚ ਐਡਮਿਸ਼ਨ ਨਹੀਂ ਹੁੰਦੀ, ਲੈਵਲ 2 'ਚ ਫੇਕ ਆਇਲਟਸ ਲਾਈ ਜਾਂਦੇ ਆ। 10 ਚੋਂ 5 ਨਿਕਲ ਗਏ, 5 ਤੇ ਬੈਨ ਲੱਗ ਗਿਆ, ਬੱਚੇ ਨੂੰ ਦੱਸਦੇ ਨਹੀਂ, ਬੱਚੇ ਦੀ ਰਿਫਿਊਜ਼ਲ ਚੇਂਜ ਕਰ ਦਿੰਦੇ ਆ, ਤੇਰਾ ਰਿਫਿਊਜ਼ ਹੋ ਗਿਆ। ਬੱਚਾ ਕਹਿੰਦਾ ਚੱਲ ਠੀਕ ਹੈ, ਲੱਖ 2 ਲੱਖ ਦਾ ਨੁਕਸਾਨ ਹੋ ਗਿਆ, ਏਜੰਟ ਦਾ ਲੱਗਿਆ ਕੁਛ ਨਹੀਂ, ਲੱਖ 2 ਲੱਖ ਵੀ ਕਮਾ ਲਿਆ। ਜੇ ਵੀਜ਼ਾ ਆ ਜਾਂਦਾ ਨਾਲ 5 ਲੱਖ ਹੋਰ ਬਣ ਜਾਣਾ ਸੀਗਾ। ਐਕਸਪਲੇਨ ਕਰੋ, ਮੈਂ 2-3 ਚੀਜ਼ਾਂ, ਬਹੁਤ ਸਵਾਲ ਇੰਪੋਰਟੈਂਟ ਨੇ। ਤੁਸੀਂ ਕਿਹਾ ਕਿ ਬੱਚੇ ਦੀ ਰਿਫਿਊਜ਼ਲ ਆ ਗਈ ਜਾਂ ਰਿਫਿਊਜ਼ਲ ਐਡਿਟ ਕਰ ਦਿੰਦੇ, ਉਹਦਾ ਕੀ ਮਤਲਬ ਹੈ? ਭਾਜੀ ਵੇਖੋ, ਰਿਫਿਊਜ਼ਲ ਆ ਗਈ, ਫੇਕ ਆਇਲਸ ਲਾਤਾ, ਐਡਮਿਸ਼ਨ ਅੰਬੈਸੀ 'ਚ ਲੱਗ ਗਏ, ਅੰਬੈਸੀ ਨੇ ਫੜ ਲਿਆ ਫੇਕ ਹੈ, ਉਹਨੇ ਬੈਨ ਲਾਤਾ ਤੁਹਾਡਾ 3 ਸਾਲ ਦਾ। ਏਜੰਟ ਫਸ ਗਿਆ, ਬੱਚੇ ਨੂੰ ਦੱਸੂਗਾ ਜੁੱਤੀਆਂ ਪੈਣਗੀਆਂ। ਉਹ ਜਿਹੜਾ ਬੈਨ ਲੱਗਿਆ ਉਹ ਬੱਚੇ ਨੂੰ ਈਮੇਲ ਜਾਂ ਬੱਚੇ ਦੇ ਐਡਰੈਸ ਤੇ ਕੋਈ ਮੈਸੇਜ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ, ਬੱਚਾ ਦਾ ਪਾਸਪੋਰਟ ਦੇ ਕੇ ਚਲਾ ਜਾਂਦਾ ਜੀ, ਇੰਨੇ 2 ਲੱਖ ਲੈ ਗਿਆ, ਨਾਲ 3 ਲੱਖ ਦੇ ਕੇ ਏਜੰਟ ਨੂੰ ਚਲਾ ਗਿਆ। ਏਜੰਟ ਨੇ ਆਪਣੀ ਮੇਲ ਆਈਡੀਆਂ ਪਾਣੀਆਂ, ਆਪਣੇ ਪਾਸਵਰਡ ਰੱਖਣੇ ਆ, ਵੀਜ਼ਾ ਆ ਗਿਆ ਦਿਖਾ ਦੇਣਾ, ਜੇ ਨਹੀਂ ਆਇਆ ਰਿਫਿਊਜ਼ਲ ਚੇਂਜ ਕਰਕੇ ਉਹਨੂੰ ਰਿਫਿਊਜ਼ਲ ਦੇ ਦੇਣੀ ਆ। ਭੋਲੇ ਭਾਲੇ ਲੋਕ ਹੈ। ਕਰਕੇ ਦਾ ਕੀ ਮਤਲਬ ਹੈ ਸਰ? ਰਿਫਿਊਜ਼ਲ ਚੇਂਜ ਕਰਕੇ ਐਡਿਟ ਕਰਤੀ। ਪਹਿਲਾਂ ਰਿਫਿਊਜ਼ਲ ਆ ਗਈ ਤੁਹਾਡੀ ਕਿ ਤੁਹਾਡਾ ਬੈਨ ਲੱਗ ਗਿਆ, ਤੁਸੀਂ ਫਰਾਡ ਆਈਲਟਸ ਲਾਇਆ ਸੀ, ਉਹਦੇ ਬਦਲੇ ਇੱਕ ਨਾਰਮਲ ਰਿਫਿਊਜ਼ਲ ਆਉਂਦੀ ਹੈ ਕਿ ਜੀਟੀ ਬੇਸ ਤੇ ਕਿ ਤੁਹਾਡਾ ਵੀਜ਼ਾ ਸਾਨੂੰ ਜੱਚਿਆ ਨਹੀਂ, ਤੁਹਾਡਾ ਕੇਸ ਅਸੀਂ ਰਿਫਿਊਜ਼ ਕਰ ਰਹੇ ਹਾਂ। ਉੱਪਰ ਨਾਮ ਚੇਂਜ ਕੀਤਾ, ਬਾਕੀ ਕਾਮਨ ਮੈਟਰ ਉਹੀ ਹੁੰਦਾ, ਉੱਪਰੋਂ ਦੀ ਨਾਮ ਚੇਂਜ ਕਰਤਾ, ਜੀਟੀ ਨਾਰਮਲ ਵਾਲਾ, ਉਹ ਬੱਚੇ ਨੂੰ ਦੇਤੀ। ਬੱਚੇ ਨੂੰ ਕੀ ਪਤਾ, ਉਹ ਤਾਂ ਚਲਾ ਗਿਆ, 2 ਸਾਲ ਬਾਅਦ ਮੇਰੇ ਕੋਲ ਆਊਗਾ, ਕਿਸੇ ਹੋਰ ਕੋਲ ਜਾਊਗਾ, ਉਹ ਦੁਬਾਰਾ ਜਦੋਂ ਫਾਈਲ ਲਾਊਗਾ ਤਾਂ ਪਤਾ ਲੱਗੂਗਾ, ਅਦਰਵਾਈਜ਼ ਆਨਲਾਈਨ ਨਹੀਂ ਪਤਾ ਲੱਗਦਾ ਜਲਦੀ। 3 ਸਾਲ ਵਾਸਤੇ 5 ਸਾਲ ਵਾਸਤੇ ਹਾਂਜੀ 3 ਸਾਲ ਲਈ ਆਸਟ੍ਰੇਲੀਆ ਘੱਟੋ ਬੈਨ ਲਾ ਦਿੰਦੀ ਹੈ ਮੁੜ ਕੇ। ਔਰ ਜਿਹਨੇ ਵੀਜ਼ਾ ਲਾਇਆ ਉਹਨੂੰ ਪਤਾ ਵੀ ਨਹੀਂ ਕਿ ਮੈਂ ਬੈਨ ਹੋ ਚੁੱਕਿਆ। ਹਾਂਜੀ, ਉਹ ਬੱਚੇ ਨੂੰ ਪਤਾ ਹੀ ਨਹੀਂ, ਉਹ ਤਾਂ 2-3 ਲੱਖ ਰੁਪਏ ਨੁਕਸਾਨ ਕਰਾ ਚੁੱਕਾ ਹੈ, ਫੰਡਾਂ ਦੇ ਪੈਸੇ ਦੇ ਚੁੱਕਾ ਹੈ, ਏਜੰਟਾਂ ਦੀ ਪ੍ਰੋਸੈਸਿੰਗ ਫੀਸ ਦੇ ਚੁੱਕਾ ਹੈ, ਨਾਲ ਆਪਣਾ 3 ਸਾਲ ਦਾ ਬੈਨ ਲਵਾ ਚੁੱਕਾ, ਨਾਲੇ ਫਿਊਚਰ ਖਰਾਬ ਕਰ ਚੁੱਕਾ ਹੈ। ਔਰ ਇਸ ਖੇਡ ਦੇ ਵਿੱਚੋਂ ਵੀਜ਼ਾ ਨਹੀਂ ਲੱਗਿਆ, ਰਿਫਿਊਜ਼ਲ ਹੋ ਗਈ, ਬੱਚਾ ਬੈਨ ਹੋ ਗਿਆ, ਇਸ ਖੇਡ ਚੋਂ ਏਜੰਟ ਕਿੰਨੇ ਪੈਸੇ ਕਮਾ ਜਾਂਦਾ ਹੈ? ਭਾਜੀ ਡਿਪੈਂਡ ਹੈ ਜੀ, ਏਜੰਟ ਦਾ ਕਿੰਨਾ, ਘੱਟੋ ਘੱਟ 2 ਤੋਂ 4 ਲੱਖ ਰੁਪਇਆ ਕਮਾ ਜਾਂਦੇ ਆ ਜੀ। ਫੰਡਾਂ ਦੇ ਨਾਂ ਤੇ ਭਾਜੀ ਲੈ ਲਿਆ 2-2.5 ਲੱਖ ਰੁਪਇਆ, 10-20 ਹਜ਼ਾਰ ਅੱਗੇ ਜਾਣਾ, 2-2.5 ਲੱਖ ਉਹ ਲੈ ਲਿਆ। ਆਇਲਸ ਨਹੀਂ ਹੈਗਾ, ਤੇਰੇ ਆਇਲਸ ਦੇ ਡਾਕੂਮੈਂਟ ਕਰਾ ਦਾਂਗੇ, ਜੇ ਬੱਚੇ ਨੂੰ ਦੱਸਣਾ 50,000 ਲੱਖ ਰੁਪਇਆ ਉਹ ਲੈ ਲਿਆ, ਨਾਲ 20-40 ਹਜ਼ਾਰ ਆਪਣੀ ਪ੍ਰੋਸੈਸਿੰਗ ਫੀਸ ਲੈ ਲਈ। 3 ਤੋਂ 4 ਲੱਖ ਰੁਪਇਆ ਬੱਚੇ ਦਾ ਨੁਕਸਾਨ ਹੋ ਜਾਂਦਾ ਹੈ, ਉੱਤੋਂ ਕੰਮ ਨਹੀਂ ਬੰਦਾ, ਬੱਚਾ ਰੋਂਦਾ ਹੈ। ਦੋਵੇਂ ਹੱਥ ਘਿਓ ਚ ਹੋ ਗਏ ਏਜੰਟ ਦੇ। ਬਿਲਕੁਲ ਜੀ ਬਿਲਕੁਲ, ਕਿ ਜੇ ਵੀਜ਼ਾ ਲੱਗ ਗਿਆ ਫਿਰ ਤਾਂ ਪੈਸੇ ਬਣਨੇ ਹੀ ਬਣਨੇ। ਹਾਂਜੀ, ਨਹੀਂ ਵੀ ਲੱਗਿਆ ਤਾਂ ਵੀ ਪੈਸੇ ਬਣਨੇ ਆ। ਜੇ ਵੀਜ਼ਾ ਲੱਗ ਗਿਆ ਨਾਲ 2 ਲੱਖ ਹੋਰ ਬਣ ਜਾਣਾ, 3 ਤਾਂ ਲੱਖ ਬਣਾ ਹੀ ਲਿਆ, ਨਾਲ 2 ਲੱਖ ਆਫਟਰ ਵੀਜ਼ਾ ਲੈ ਲੈਣਾ ਜੀ, ਕਾਲਜ ਤੋਂ ਕਮਿਸ਼ਨ ਆ ਜਾਣੀ ਹੈ, 4-5 ਲੱਖ ਰੁਪਏ ਬਣ ਜਾਣਾ। ਜੇ ਨਹੀਂ ਲੱਗਿਆ 2.5-3 ਲੱਖ ਰੁਪਏ ਤਾਂ ਵੀ ਆ ਗਿਆ। ਬਾਕੀ ਉਹ ਲਾਟਰੀ ਹੈ ਬੱਚੇ ਦੀ, ਜੇ ਨਿਕਲ ਗਈ ਠੀਕ ਹੈ, 10 ਚੋਂ 3 ਨਿਕਲ ਗਏ, 4 ਨਿਕਲ ਗਏ, ਕਈ ਵਾਰ ਸਾਰੇ ਰਿਫਿਊਜ਼ ਹੋ ਜਾਂਦੇ ਆ। ਔਰ ਕਈ ਵਾਰੀ ਟੱਪ ਵੀ ਜਾਂਦੇ ਇਸ ਬਿਲਕੁਲ ਭਾਜੀ, 10 ਚੋਂ, ਕਿਉਂਕਿ ਵੇਖੋ ਅੰਬੈਸੀ ਕੋਲ ਰੈਂਡਮਲੀ ਰਸ਼ ਹੈ, ਉਹਨਾਂ ਨੇ ਹਰ ਫਾਈਲ ਨਹੀਂ ਚੈੱਕ ਕਰਨੀ। ਅੰਬੈਸੀ ਕੋਲ ਨਹੀਂ ਆਉਣਾ, ਅੰਬੈਸੀ ਸਰ ਹਰ ਫਾਈਲ ਨਹੀਂ ਚੈੱਕ ਕਰਦੀ। ਹੁਣ ਡਾਕੂਮੈਂਟ ਲਾਤੇ, ਉਹਨਾਂ ਨੇ ਹਰ ਇੱਕ ਆਇਲਸ ਨਹੀਂ ਚੈੱਕ ਕਰਨਾ, ਉਹਨਾਂ ਨੇ ਹਰ ਅਕੈਡਮਿਕਸ ਨਹੀਂ ਚੈੱਕ ਕਰਨਾ। ਈਵਨ ਫੇਕ ਅਕੈਡਮਿਕ ਦਾ ਬਹੁਤ ਧੰਦਾ ਚੱਲਦਾ ਜੀ ਪੰਜਾਬ ਹਰਿਆਣੇ ਦੇ ਵਿੱਚ। CBSE ਬੋਰਡ, ਹੁਣ ਸਰ ਪੰਜਾਬ ਬੋਰਡ ਆਨਲਾਈਨ ਹੋਇਆ ਪਿੱਛੇ ਜੇ, ਨਹੀਂ ਤਾਂ ਪੰਜਾਬ ਬੋਰਡ ਦੇ ਆਨਲਾਈਨ ਡਾਕੂਮੈਂਟ ਹੀ ਨਹੀਂ ਚੈੱਕ ਹੁੰਦੇ ਸੀ। ਸਾਲ 2 ਸਾਲ ਪਿੱਛੇ ਚਲੇ ਜਾਈਏ ਤਾਂ ਸਾਰੇ ਫੇਕ ਡਾਕੂਮੈਂਟ ਲਾ ਦੇਣੇ, ਕਿੱਥੋਂ ਵੈਰੀਫਾਈ ਹੋਣਾ? ਕੋਈ ਵੈਰੀਫਾਈ ਨਹੀਂ ਹੋਣੀ। ਅੰਬੈਸੀ ਕੋਲ ਵੀ ਰਸ਼ ਹੈ ਸਰ, ਉਹ ਵੀ ਨਹੀਂ ਕਰਦੇ। ਜਿਹੜਾ ਤੁਸੀਂ ਕਹਿ ਰਹੇ ਹੋ ਲੈਵਲ 1 ਹੈ, ਯੂਨੀਵਰਸਿਟੀਆਂ ਨੇ ਉਹ ਵੀ ਪਹਿਲਾਂ ਆਪਦੇ ਤੌਰ ਤੇ ਵੈਰੀਫਿਕੇਸ਼ਨ ਕਰਦੇ ਆਇਲਸ ਦੀ, ਜਾਂ ਫਿਰ ਜਿਹੜੇ ਯੂਨੀਵਰਸਿਟੀ ਦੇ? ਸਰ ਬਹੁਤ ਰੇਅਰ ਹੁੰਦਾ, ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਇੱਕ ਨਾ ਅਪਰੂਵਡ ਲੈਵਲ 1 ਚ ਕੀ ਹੈ, ਏਜੰਟ ਬਹੁਤ ਪੰਜਾਬ 'ਚ 1 ਜਾਂ 2 ਏਜੰਟ ਹੈ, ਉਹਨਾਂ ਦੇ ਟਰਸਟ ਬਣਿਆ ਹੁੰਦਾ। ਏਜੰਟ ਨੂੰ ਹੁੰਦਾ ਸੀ ਤੈਨੂੰ ਪੈਸੇ ਨਹੀਂ ਦੇਵਾਂਗੇ, ਅਸੀਂ ਤੈਨੂੰ ਕਮਿਸ਼ਨ ਨਹੀਂ ਦੇਵਾਂਗੇ, ਤੂੰ ਸਾਡੇ ਤੋਂ ਕੰਮ ਕਢਾਈ ਜਾ, ਜੋ ਮਰਜ਼ੀ ਡਾਕੂਮੈਂਟ ਚਲਾਈ ਜਾ। ਮਤਲਬ ਪੂਰਾ ਇੱਕ ਜਾਲ ਲੈਂਦੇ, ਸਾਰੇ ਰਲ ਕੇ ਕੰਮ ਕਰਦੇ ਆ, ਜਿੰਦੇ ਕਰਕੇ ਆਮ ਬੱਚਾ ਬਹੁਤ ਰਗੜਿਆ ਜਾਂਦਾ ਹੈ। ਇਹ ਜਿਹੜੇ ਕਹਿ ਰਹੇ ਕਿ ਆਸਟ੍ਰੇਲੀਆ ਬਿਨਾ ਆਇਲਸ ਤੋਂ ਜਾਓ, ਹਾਂਜੀ, ਤਾਂ ਇਹ ਪੂਰਾ ਨੈਕਸਸ ਹੈ। ਬਿਲਕੁਲ ਸਰ, ਬਿਲਕੁਲ ਸਰ। ਸੋਚੋ 1-2 ਯੂਨੀਵਰਸਿਟੀਆਂ ਜਿਹੜੀਆਂ ਲੈਂਦੀਆਂ, ਲੇਕਿਨ ਆਪਣੇ ਪੰਜਾਬ ਜਿਹੜੇ ਸਟੂਡੈਂਟ ਦਾ ਲੈਵਲ ਹੈ, ਉਹ ਬੱਚਾ ਨਹੀਂ ਜਾ ਸਕਦਾ। ਉਹ ਸਿਰਫ ਬੱਚਿਆਂ ਨੂੰ ਗੁੰਮਰਾਹ ਕਰ ਰਿਹਾ, ਸਿਰਫ ਪੈਸਾ ਕਮਾਉਣ ਦਾ, ਕਿਉਂਕਿ UK ਵਿਦਆਊਟ ਆਇਲਸ ਹੁਣ ਬੰਦ ਹੋ ਗਿਆ, ਹੁਣ ਏਜੰਟ ਵਿਹਲੇ ਹੋ ਗਏ। ਅਗਲਾ ਇਨਟੇਕ ਜਨਵਰੀ 'ਚ ਹੈ, ਹੁਣ ਅਗਲਾ ਇਨਟੇਕ ਜਨਵਰੀ 'ਚ ਹੈ, 3 ਮਹੀਨੇ ਵਿਹਲੇ ਆ ਜੀ। 3 ਮਹੀਨੇ ਉਹਨਾਂ ਨੇ ਪੈਸੇ ਕਮਾਣੇ ਆ, ਦਫ਼ਤਰਾਂ ਦੇ ਖਰਚੇ ਕੱਟਣੇ ਆ, ਇੰਨੇ ਵਧੀਆ ਦਫ਼ਤਰ ਬਣਾਏ, ਕਿੱਥੋਂ ਖਰਚੇ ਕੱਢਣਗੇ? ਇਸ ਕਰਕੇ ਵਿਦਆਊਟ ਆਇਲਸ ਬੱਚਾ ਦਾ ਮਾਈਂਡ ਸੈਟਅਪ ਹੈ, ਇੰਨਾ ਬੱਚਾ ਬੇਰੁਜ਼ਗਾਰ ਬੈਠਾ, ਆਇਲਸ ਨਹੀਂ ਕੀਤੀ, ਆਇਲਸ ਸੈਂਟਰ ਬੰਦ ਪਏ ਆ, ਲੈਵਲ ਨਹੀਂ ਹੈਗਾ ਬੱਚਿਆਂ ਦਾ, ਉਹਨਾਂ ਨੂੰ ਗੁੰਮਰਾਹ ਕਰਕੇ 2 ਲੱਖ ਦਿਓ, 3 ਲੱਖ ਦਿਓ, ਤੁਹਾਨੂੰ ਵਿਦਆਊਟ ਆਇਲਸ ਭੇਜਾਂਗੇ। ਉਹ ਬੱਚਿਆਂ ਨੂੰ ਮਾਰਕੀਟ 'ਚ ਕੈਸ਼ ਕਰ ਰਹੇ ਆ। ਪਿੱਛੇ ਜੇ ਵੀ ਕਿਹਾ ਗਿਆ ਲੋਕਡਾਊਨ ਜਦੋਂ ਪੀਕ ਤੇ ਸੀਗਾ ਕਿ ਤੁਸੀਂ ਡੂਲਿੰਗੋ ਕਰ ਲਓ, ਤੁਸੀਂ PTE ਕਰ ਲਓ, ਜੇ ਕੀਤੀ ਹੋਈ ਹੈ ਫਿਰ ਤੁਹਾਨੂੰ ਲਾ ਦੇਾਂਗੇ, ਉਹ ਕੀ ਸੀਗਾ? ਸਰ ਵੇਖੋ, ਡੂਲਿੰਗੋ PT ਕੈਨੇਡਾ ਦੇ ਲਈ, ਮਤਲਬ ਜਿਹੜਾ ਉਹਨਾਂ ਨੇ ਡੂਲਿੰਗੋ ਸੀ ਉਹ ਕੈਨੇਡਾ ਅਸੈਪਟ ਕਰ ਰਿਹਾ ਸੀਗਾ। ਆਪਾਂ ਹੁਣ ਅੱਜ ਤੁਹਾਨੂੰ ਆਸਟ੍ਰੇਲੀਆ ਦੱਸ ਰਿਹਾ, ਮੈਂ ਤੁਹਾਨੂੰ ਇਸ ਤੋਂ PT ਤੇ ਆਉਣਾ ਜੀ। ਤੁਸੀਂ PT ਦੀ ਗੱਲ ਕਰ ਰਹੇ ਹੋ, PT ਪੰਜਾਬ ਹਰਿਆਣਾ 'ਚ ਸਰ ਪਿਛਲੇ ਸਾਲ 1.5 ਸਾਲ ਤੋਂ ਰਿਜ਼ੈਂਬਲੈਂਸ ਵਰਡ ਯੂਜ਼ ਕਰਦੇ ਆ। ਮੇਰੀ ਫੋਟੋ ਮਿਲਦੀ ਜੁਲਦੀ ਲਾਤੀ, ਠੀਕ ਹੈ ਜੀ। ਬੱਚੇ ਨੂੰ ਪੇਪਰਾਂ ਦੇ ਵਿੱਚ ਵੀ ਇਵਨ ਬਿਠਾਏ ਗਏ ਬੱਚੇ, ਪਹਿਲਾਂ ਮੇਰਾ ਨਾਲ ਸ਼ਕਲ ਮਿਲਦੀ ਹੈ, ਮੇਰੇ ਨਾਲ ਦਾ ਸਟੂਡੈਂਟ ਦੇਖ ਕੇ ਉਹਨੂੰ 10-20 ਹਜ਼ਾਰ ਰੁਪਏ ਦੇਤਾ, ਬੱਚੇ ਤੋਂ 2 ਲੱਖ ਰੁਪਏ ਲੈ ਲਿਆ, ਉਹਨੂੰ PT ਦੇ ਐਗਜ਼ਾਮ 'ਚ ਬਿਠਾਤਾ, ਪੇਪਰ ਕਲੀਅਰ ਹੋ ਗਿਆ। ਜੇਕਰ ਐਵੇਂ ਨਹੀਂ ਕੀਤਾ, ਅਗਲੀ ਸਟੇਜ ਤੇ ਫੋਟੋ ਚੇਂਜ ਕਰਤੀ,
ਨਾਮ ਨੀਚੇ ਕਿਸੇ ਹੋਰ ਦਾ ਨਹੀਂ ਚੈੱਕ ਹੋਇਆ ਤੇ ਰਿਜ਼ੈਂਬਲੈਂਸ ਦੇ ਨਾਂ ਤੇ ਸਰ ਪੀਟੀ ਦਾ ਧੰਦਾ ਬਹੁਤ ਜ਼ਿਆਦਾ ਪੰਜਾਬ 'ਚ ਪਿਛਲੇ 2-3 ਸਾਲ ਤੋਂ ਚੱਲਦਾ ਬਹੁਤ ਰਿਹਾ। ਵੱਡੀ ਠੱਗੀ ਹੈ। ਲੋਕ ਬੜੇ ਔਖੇ ਹੋ ਕੇ ਪੈਸਾ ਕਮਾਉਂਦੇ ਆ, ਦਿੰਦੇ ਆ। ਕੀ ਉਹਨਾਂ ਲੋਕਾਂ ਨੂੰ ਇਹ ਦੱਸਿਆ ਵੀ ਜਾਂਦਾ? ਕੁਝ ਲੋਕ ਐਸੇ ਵੀ ਹੁੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕੁਝ ਹੋ ਰਿਹਾ। ਸਰ ਦੱਸ ਕੇ ਤਾਂ ਕੋਈ ਨਹੀਂ ਆਊਗਾ ਜੀ, ਉਹਨੂੰ ਕਹਿੰਦੇ ਤੇਰਾ ਵੀਜ਼ਾ ਲਵਾ ਦਾਂਗੇ, ਅਗਲੇ ਆ ਕੇ ਹੱਥ ਜੋੜਦੇ ਜੀ ਭਾਜੀ ਮੇਰੇ ਬੱਚੇ ਦਾ ਭਵਿੱਖ ਬਣਾ ਦਿਓ। ਪਿੰਡਾਂ ਵਾਲੇ ਤੁਸੀਂ ਮੱਕੜ ਸਾਹਿਬ ਇੱਕ ਵਾਰੀ ਪਿੰਡਾਂ ਜਾ ਕੇ ਦੇਖੋ ਤਾਂ ਸੀ, ਅਗਲੇ ਕਿੰਨੇ ਗਰੀਬ ਘਰ ਹੈ, ਘਰੇ ਉਹਨਾਂ ਦੇ ਪ੍ਰੋਪਰ ਪੇਂਟ ਨਹੀਂ ਹੋਇਆ, ਛੱਤਾਂ ਨਹੀਂ ਪਈਆਂ, ਕਿਵੇਂ ਕਿਰਾਏ ਤੇ ਅਗਲੇ ਰਹਿੰਦੇ ਪਏ ਆ, ਜ਼ਮੀਨਾਂ ਵੇਚ ਕੇ ਸਾਰੀ ਉਮਰ ਦੀ ਕਮਾਈ ਲੈ ਕੇ ਹੈ ਨਾ ਵੇਚ ਕੇ ਬੱਚੇ ਨੂੰ ਬਾਹਰ ਭੇਜਦੇ ਆ। ਲੇਕਿਨ ਸਾਰਾ ਭਵਿੱਖ ਏਜੰਟਾਂ ਦੇ 80 ਉਹਨਾਂ 'ਚ ਮਤਲਬ ਸਾਡਾ ਵੀ ਨਾਮ ਬਦਨਾਮ ਹੁੰਦਾ, ਸਾਰਾ ਕੁਝ ਹੈ। ਲੇਕਿਨ ਇਸ ਕਰਕੇ ਮਤਲਬ ਤੁਸੀਂ ਇੱਕ ਵਾਰੀ ਪਿੰਡਾਂ ਜਾ ਕੇ ਸਾਰਾ ਦੇਖੋ। ਤਾਂ ਹੁਣ ਤਾਂ ਪੂਰਾ ਸਿਸਟਮ ਨੂੰ ਬਦਨਾਮ ਕਰਤਾ। ਬਿਲਕੁਲ ਮਤਲਬ ਹਰ ਮਤਲਬ ਇਮਾਨਦਾਰ ਏਜੰਟ ਵੀ ਰਗੜਿਆ ਜਾ ਰਿਹਾ। ਮਤਲਬ ਅਸੀਂ ਕਿਸੇ ਨੂੰ ਦੱਸਦੇ ਹਾਂ, ਅਸੀਂ ਵੀ ਇਹ ਕੰਮ ਕਰਦੇ ਹਾਂ, ਸਾਨੂੰ ਆਪ ਨੂੰ ਦੱਸਦੇ ਸ਼ਰਮ ਆਉਂਦੀ ਹੈ ਕਿ ਕੰਮ ਨੂੰ ਇੰਨੇ ਗਲਤ ਨਿਗਾਹ ਨਾਲ ਦੇਖਦੇ ਆਪਾਂ, ਕਿਸੇ ਨੂੰ ਈਜ਼ੀਲੀ ਦੱਸ ਨਹੀਂ ਸਕਦੇ ਕਿ ਅਸੀਂ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਾਂ। ਕਈ ਇਹ ਵੀ ਕਹਿ ਦਿੰਦੇ ਆ 4 ਲੱਖ ਚ ਭੇਜਾਂਗੇ, 3 ਲੱਖ ਚ ਭੇਜ ਦਿਆਂਗੇ, 5 ਲੱਖ ਚ ਭੇਜ ਦਿਆਂਗੇ। ਇਹ ਸੱਚ ਹੈ? ਭਾਜੀ 4 ਲੱਖ ਤਾਂ ਉਹਨਾਂ ਦੀ ਆਪਣੀ ਫੀਸ ਹੈ, 4 ਲੱਖ ਥੋੜਾ ਭੇਜਣਾ, 4 ਲੱਖ ਤਾਂ ਆਪ ਲੈਣਾ 4 ਕਿਸ਼ਤਾਂ ਦੇ ਵਿੱਚ। ਪਹਿਲਾਂ ਲੱਖ ਰੁਪਏ ਲੈ ਲਿਆ ਪ੍ਰੋਸੈਸਿੰਗ ਫੀਸ ਨਾ ਤੇ, ਪਹਿਲਾਂ ਉਹ 25,000 50,000 ਦੇ ਦਿਓ ਜੀ ਤੁਹਾਡਾ ਕਰਾ ਦਾਂਗੇ, ਟੋਟਲ 4 ਲੱਖ ਭੇਜ ਦਾਂਗੇ। ਭਾਜੀ ਕੋਈ ਘੱਟੋ ਘੱਟ ਯੂਨੀਵਰਸਿਟੀ ਫੀਸ 6 ਲੱਖ ਰੁਪਏ, ਫਿਰ ਬਾਅਦ ਚ ਆਫਰ ਲੈਟਰ ਮੰਗਾਤੀ 50,000 ਰੁਪਏ ਫਿਰ ਦੇ ਦਿਓ, ਤੁਹਾਡੀ ਫਾਈਲ ਲੱਗਣੀ ਹੈ, ਫੰਡ ਕਰਨੇ ਆ 2.5 ਲੱਖ ਰੁਪਏ ਫੰਡਾਂ ਦਾ ਲੱਗੂਗਾ। ਜਿਵੇਂ ਤੁਹਾਨੂੰ ਫੰਡਾਂ ਦੱਸਿਆ 10,000 ਰੁਪਏ ਖਰਚਾ ਆਉਂਦਾ, 2.5 ਲੱਖ ਰੁਪਏ ਬੱਚਿਆਂ ਤੋਂ ਲੈ ਲੈਂਦੇ ਆ। ਫਿਰ ਬਾਅਦ ਤੁਹਾਡੀ ਫਾਈਲ ਮਾਰਾ ਏਜੰਟ ਤੋਂ ਲਵਾਵਾਂਗੇ, ਇਹ ਫਾਈਲ ਬਾਹਰੋਂ ਦੀ ਲਵਾਵਾਂਗੇ, ਉਹਦੇ ਨਾਂ ਤੇ 50,000 ਲੱਖ ਰੁਪਇਆ, 3 ਤੋਂ 4 ਲੱਖ ਤਾਂ ਭਾਜੀ ਆਪਣੀ ਕਮਾਈ ਹੁੰਦੀ ਹੈ। ਜਿੰਨਾ ਆਉਂਦਾ ਨਾ 2.5 ਲੱਖ ਲਵਾਂਗੇ 4 ਲੱਖ ਲਵਾਂਗੇ, ਉਹ ਸਮਝ ਲਓ ਏਜੰਟ ਦੀ ਆਪਣੀ ਫੀਸ ਹੈ। ਬੱਚੇ ਤੋਂ 7-8 ਲੱਖ ਤਾਂ ਅਲੱਗ ਲੱਗਣਾ ਜੇ ਉਹਦਾ ਵੀਜ਼ਾ ਆਊਗਾ। ਫਿਰ ਇਹ ਦਾਅਵੇ ਕਿਉਂ ਹੁੰਦੇ ਆ 4 ਲੱਖ ਚ ਭੇਜਾਂਗੇ, ਬਿਨਾਂ ਆਇਲਸ ਤੋਂ ਭੇਜਾਂਗੇ? ਸਰ ਸਪਾਊਸ ਦਾ ਆਸਟ੍ਰੇਲੀਆ ਦਾ ਆਇਆ ਕਿ ਸਪਾਊਸ ਨੂੰ ਨਾਲ ਭੇਜਾਂਗੇ। ਸਰ ਦਾਅਵੇ ਤੁਸੀਂ ਆਪ ਇੱਕ ਵਾਰੀ ਜਾ ਕੇ ਵੈਰੀਫਾਈ ਕਰੋ, ਕਿਸੇ ਨੂੰ ਕੋ ਆਫਰ ਲੈਟਰ ਦਿਖਾਵੇ, ਆਫਰ ਲੈਟਰ ਤੇ 2.5 ਲੱਖ ਚ ਕਿਵੇਂ ਫੀਸ ਆ ਜਾਊਗੀ। ਜਿਹੜੀ ਯੂਨੀਵਰਸਿਟੀਜ਼ ਹੈ ਤੁਸੀਂ ਵੈਬਸਾਈਟ ਚੈੱਕ ਕਰਕੇ ਦੇਖ ਲਓ, 6 ਤੋਂ 7 ਲੱਖ ਰੁਪਏ ਆਸਟ੍ਰੇਲੀਆ ਦੀ ਕਿਸੇ ਯੂਨੀਵਰਸਿਟੀ ਦੀ ਫੀਸ ਹੈ। ਕਿਸੇ ਵੀ ਕੰਟਰੀ ਦੀ ਗੱਲ ਕਰ ਲਈਏ 3 ਲੱਖ ਚ ਕਿਵੇਂ ਭੇਜ ਦੇਣਗੇ ਸਰ? ਬੱਚੇ ਨੂੰ ਪੜ੍ਹਨ ਜਾਣਾ, ਤੁਸੀਂ ਇੱਥੇ ਇੰਡੀਆ 'ਚ ਐਡਮਿਸ਼ਨ ਲੈ ਲਓ, ਲਵਲੀ ਯੂਨੀਵਰਸਿਟੀ ਦੀ ਫੀਸ ਨਹੀਂ 3 ਲੱਖ ਰੁਪਏ ਸਾਲ ਦੀ ਹੈਗੀ, ਤਾਂ ਆਸਟ੍ਰੇਲੀਆ 'ਚ ਕਿਵੇਂ ਬੱਚੇ ਨੂੰ ਪੜ੍ਹਾ ਦੇਣਗੇ ਸਾਲ ਦੇ ਵਿੱਚ 3 ਲੱਖ ਰੁਪਏ? ਉਹ ਸਿਰਫ ਉਹਨਾਂ ਦੀ ਆਪਣੀ ਫੀਸ ਹੈ 3 ਲੱਖ ਰੁਪਏ। ਗੁੰਮਰਾਹ ਕਰਨਾ, ਉਹਨਾਂ ਕੋਲ ਕੋਈ ਜਾਂਦਾ ਨਹੀਂ, ਬੱਚੇ ਵਿਚਾਰੇ ਭੋਲੇ ਭਾਲੇ, ਉਹਨੂੰ ਡਾਇਰੈਕਟ ਕਰਕੇ ਇੱਕ ਵਾਰੀ ਫਸਾ ਲਿਆ, ਅਗਲਾ 50,000 ਲੱਖ ਰੁਪਏ ਦੇ ਕੇ ਫਸ ਚੁੱਕਾ। ਹੁਣ ਘਰੇ ਜਾਂਦਾ, ਮਾਪਿਓ ਨੂੰ ਦੱਸਦਾ, ਉੱਥੋਂ ਜੁੱਤੀਆਂ ਪੈਂਦੀਆਂ, ਇੱਥੋਂ ਨਹੀਂ ਕਰਦਾ, ਸਾਲ ਖਰਾਬ ਹੁੰਦਾ। ਨਾਲ ਦੇ ਪਿੰਡਾਂ ਦੇ ਉੱਥੇ ਬਾਹਰ ਬੈਠੇ ਹੋਏ ਆ, ਦੇਖ ਕੇ ਆਉਂਦੇ ਰੰਗ ਉੱਡਦੇ ਆ, ਮੈਂ ਇੱਥੇ ਬੈਠਾ, ਸਾਰੇ ਨਾਲ ਦੇ ਉੱਥੇ ਫੋਟੋਆਂ ਪਾਈ ਜਾਂਦੇ ਆ, ਇਹ ਨਹੀਂ ਪਤਾ ਕਿ ਉੱਥੇ ਕਿੰਨੇ ਔਖੇ ਆ। ਪਰ ਕੀ ਇਹ ਵੀ ਮਾਨਸਿਕਤਾ ਹੈ ਕਿ ਸਿਰਫ ਮੈਨੂੰ ਉੱਥੇ ਪਹੁੰਚਾ ਦਿਓ, ਕਿਉਂਕਿ ਕੋਈ ਇਹ ਨਹੀਂ ਪੁੱਛਦਾ ਕੋਰਸ ਕਿਹੜਾ ਹੈ, ਕੋਈ ਇਹ ਨਹੀਂ ਪੁੱਛਦਾ ਉੱਥੇ ਜਾ ਕੇ ਕਰਨਾ ਕੀ ਹੈ, ਅੱਗੋਂ ਜੌਬ ਦਾ ਕੀ ਬਣੂਗਾ, ਸਿਰਫ ਇਹ ਹੈ ਕਿ ਇੱਕ ਵਾਰੀ ਪਹੁੰਚਾ ਦਿਓ ਆਸਟ੍ਰੇਲੀਆ। ਸੋਚੋ ਭਾਜੀ 5 ਬੱਚੇ ਆਪਣੇ ਆਪ ਕੇ ਕੈਰੀਅਰ ਬਾਰੇ ਪੁੱਛਦੇ ਆ ਜੀ, ਮੈਨੂੰ ਇਹ ਕੋਰਸ ਬਾਰੇ ਭੇਜ ਦਿਓ। ਉਹ ਵੀ ਜਿਹੜੇ ਬੱਚਿਆਂ ਨੇ ਸਾਇੰਸ ਵਾਲੇ ਪੜ੍ਹੇ ਲਿਖੇ ਜ਼ਿਆਦਾ ਹੁੰਦੇ ਆ, ਉਹ 5% ਬੱਚਾ ਹੁੰਦਾ ਜਿਹੜਾ ਅੱਗੇ ਆਪਣੇ ਫਿਊਚਰ ਨੂੰ ਵਰਿਡ ਹੁੰਦਾ। ਅਦਰਵਾਈਜ਼ ਮੈਨੂੰ ਭੇਜ ਦੋਗੇ, ਉਹ ਤਾਂ ਕਹਿੰਦਾ ਸੀ ਨਹੀਂ ਹੋਊਗਾ, ਮੇਰਾ ਕੰਮ ਕਰਾ ਦਿਓ, ਜਿੰਨੇ ਮਰਜ਼ੀ ਪੈਸੇ ਲੈ ਲਓ, ਜ਼ਮੀਨ ਵੇਚ ਕੇ ਦੇਣੀ ਹੈ, ਚਾਹੇ 20 ਲੱਖ ਲੈ ਲਓ 22 ਲੱਖ ਲੈ ਲਓ, ਮੈਨੂੰ ਭੇਜ ਦਿਓ। ਮਤਲਬ 4 ਲੱਖ ਤਾਂ ਸਰ ਪੋਸੀਬਲ ਹੀ ਨਹੀਂ, ਆਪਣੇ ਸਿਰਫ ਏਜੰਟਾਂ ਦੀ ਆਪਣੀ ਫੀਸ ਹੈ। ਤੁਹਾਡੇ ਨਾਲ ਕਦੇ ਐ ਹੋਇਆ ਕੋਈ ਆਇਆ ਹੋਵੇ ਕਿ ਬੱਚਾ ਭੇਜ ਦਿਓ ਜੀ, ਬਸ ਹੱਥ ਜੋੜੇ, ਪੈਸੇ ਲੈ ਲਓ ਪਰ ਭੇਜ ਦਿਓ? ਬਹੁਤ ਵਾਰੀ ਸਰ ਆ ਕੇ ਮਾਪਿਓ ਐਂ ਕਹਿੰਦੇ ਹੱਥ ਜੋੜੇ ਜੀ ਕੰਮ ਕਰਾ ਦਿਓ ਸਾਡੇ ਬੱਚੇ ਦਾ, ਲੇਕਿਨ ਅਸੀਂ ਉਹਨੂੰ ਕਹਿੰਦੇ ਹਾਂ ਸਰ ਇਹ ਪ੍ਰੋਸੈਸ ਹੈ, ਜੇ ਫੋਲੋ ਕਰੋਗੇ ਅਸੀਂ ਸਰ ਸਾਰੇ ਪੈਸੇ ਕੰਮ ਕਿਰਾਏ ਤੇ ਲੈਂਦੇ ਆ, ਬੱਚੇ ਨੂੰ ਕਹਿੰਦੇ ਆ ਕੋਲੋਂ ਜੇਬ ਚੋਂ ਪੈਸੇ ਲਾਉਂਦੇ ਆ, ਜੇ ਨਹੀਂ ਕੰਮ ਹੁੰਦਾ 1 ਰੁਪਿਆ ਬੱਚੇ ਦਾ ਨੁਕਸਾਨ ਨਹੀਂ ਹੁੰਦਾ। ਕੋਈ ਆ ਕੇ ਕਹਿ ਦੇ ਕਿ ਜੇ ਕੰਮ ਨਹੀਂ ਹੋਇਆ ਅਸੀਂ ਉਹਨਾਂ ਦੇ ਪੈਸੇ ਦਿੱਤੇ ਹੋਣ। ਅਸੀਂ ਪਿਛਲੇ 13 ਸਾਲ ਤੋਂ ਕੰਮ ਕਰਦੇ ਆ ਰਹੇ ਹਾਂ ਭਾਜੀ, ਲੇਕਿਨ ਸਾਨੂੰ ਆਪ ਬਹੁਤ ਦੁੱਖ ਲੱਗਦਾ ਕਿ ਲੋਕੀ ਇਸ ਕੰਮ ਨੂੰ ਮਤਲਬ ਅਸੀਂ ਕੰਮ ਸ਼ੁਰੂ ਕੀਤਾ ਸੀ ਕਿ ਬੱਚਾ ਭਵਿੱਖ ਬਣੂਗਾ, ਚਲੋ ਬਿਜ਼ਨਸ ਨਾਲ ਦੀ ਨਾਲ ਹੈਗਾ, ਲੇਕਿਨ ਉਹ ਘੱਟੋ ਘੱਟ ਆਪਾਂ ਆਪਣੀ ਇਨਸਾਨੀਅਤ ਤੱਕ ਵੇਚ ਦਿੰਦੇ ਆ ਨੋਟ ਕਮਾਉਣ ਦੇ ਚੱਕਰ 'ਚ। ਆਪਾਂ ਆਪਣੇ ਦਫ਼ਤਰਾਂ ਦੇ ਖਰਚੇ ਵਧਾ ਲਏ, ਸਾਰਾ ਕੁਝ ਕਰ ਲਿਆ, ਲੇਕਿਨ ਉਹਨਾਂ ਦੇ ਨਾਲ ਠੱਗੀ ਠੋਰੀ ਦਾ ਕੰਮ। ਤੁਹਾਨੂੰ ਕਦੇ ਮਹਿਸੂਸ ਹੁੰਦਾ ਦਫ਼ਤਰ ਦੇ ਵਿੱਚ ਬੈਠੇ ਹੋਏ ਕਿ ਜੋ ਚੀਜ਼ਾਂ, ਕਿਉਂਕਿ ਤੁਸੀਂ ਤਾਂ ਭੇਤ ਜਾਣਦੇ ਹੋ? ਬਿਲਕੁਲ ਜੀ ਬਿਲਕੁਲ। ਤੁਸੀਂ ਕੰਮ ਕਰਦੇ ਹੋ ਤਾਂ ਇੱਕ ਏਜੰਟ ਦੂਜੇ ਏਜੰਟ ਦਾ ਭੇਤ ਜਾਣਦਾ ਹੈ ਕਿ ਪੋਸੀਬਲ ਹੈ ਕਿ ਨਹੀਂ ਹੈ। ਹਾਂਜੀ ਹਾਂਜੀ। ਜਦੋਂ ਵੱਡੇ ਵੱਡੇ ਏਜੰਟਸ ਆਪਦੀ ਐਡ ਲਾਉਂਦੇ ਆ, ਮਸ਼ਹੂਰੀ ਕਰਦੇ ਆ ਕਿ ਤੁਹਾਨੂੰ ਇੰਨੇ ਲੱਖ ਚ ਭੇਜਾਂਗੇ, ਬਿਨਾਂ ਆਇਲਸ ਤੋਂ ਭੇਜਾਂਗੇ, ਸਪਾਊਸ ਨੂੰ ਵੀ ਨਾਲ ਭੇਜ ਦਿਆਂਗੇ, ਆ ਪਿੱਛੇ ਜੇ ਇੰਗਲੈਂਡ ਦਾ ਵੀ ਬੜਾ ਇਸ਼ੂ ਹੋਇਆ, ਤਾਂ ਤੁਹਾਨੂੰ ਇਹ ਪਤਾ ਲੱਗ ਰਿਹਾ ਹੁੰਦਾ ਕਿ ਫੇਕ ਹੈ ਤੇ ਝੂਠ ਬੋਲ ਰਿਹਾ? ਬਿਲਕੁਲ ਪਤਾ ਲੱਗ ਰਿਹਾ ਹੁੰਦਾ, ਜਦੋਂ ਕਿਸੇ ਦੀ ਐਡ ਆਉਂਦੀ ਨਾਲ ਹੀ 50-100 ਏਜੰਟ ਭਰਾਵਾਂ ਦੇ ਫੋਨ ਆ ਜਾਂਦੇ, ਯਾਰ ਉਹ ਕੀ ਕਰੀ ਜਾਂਦਾ, ਕਿਵੇਂ ਮਾਰਕੀਟ ਖਰਾਬ ਕਰੀ ਜਾਂਦਾ। ਐਸੋਸੀਏਸ਼ਨਾਂ ਬਣੀਆਂ ਹੋਈਆਂ ਸਰ, ਆਪਾਂ ਕਿਸੇ ਨੂੰ ਨਹੀਂ ਰੋਕ ਸਕਦੇ। ਕੋਈ ਬਿਜ਼ਨਸ ਰਾਈਟ ਹੈ ਸਰਕਾਰ ਹੀ ਰੋਕ ਸਕਦੀ ਹੈ, ਪੁਲਿਸ ਹੀ ਰੋਕ ਸਕਦੀ ਹੈ, ਲੇਕਿਨ ਅਸੀਂ ਇੱਕ ਦੂਜੇ ਨੂੰ ਉਹਨੂੰ ਆਪਣੀ ਐਸੋਸੀਏਸ਼ਨ 'ਚ ਮੈਂਬਰ ਨਹੀਂ ਬਣਾ ਸਕਦੇ। ਅਸੀਂ ਵੱਧ ਤੋਂ ਵੱਧ ਹੀ ਕਰ ਸਕਦੇ ਹਾਂ ਗਲਤ ਬੰਦੇ ਨੂੰ, ਲੇਕਿਨ ਉਹ ਗਲਤ ਬੰਦੇ ਨੂੰ ਅਸੀਂ ਕੰਮ ਕਰਨ ਤੋਂ ਨਹੀਂ ਰੋਕ ਸਕਦੇ। ਲੇਕਿਨ ਐਸੋਸੀਏਸ਼ਨਾਂ ਰੋਂਗ ਏਜੰਟਸ ਦੇ ਖਿਲਾਫ ਖੜੀਆਂ ਕਿਉਂ ਨਹੀਂ ਹੁੰਦੀਆਂ? ਕਿਉਂ ਨਹੀਂ ਉਹ ਗੁੰਮਰਾਹ ਕਰ ਰਿਹਾ ਨੂੰ ਸਮਾਜ ਦੇ ਸਾਹਮਣੇ ਲਿਆਉਂਦੇ? ਐਸੋਸੀਏਸ਼ਨਾਂ ਫਰਜ਼ ਕਿਉਂ ਨਹੀਂ ਨਿਭਾਉਂਦੀਆਂ? ਸਰ ਐਸੋਸੀਏਸ਼ਨ ਅੱਗੇ ਆਉਂਦੀ ਹੈ, ਲੇਕਿਨ ਉਹ ਪਰਸਨਲੀ ਦੁਸ਼ਮਣੀ ਹੋ ਜਾਂਦੀ ਹੈ। ਜਿਹੜੇ ਆਪਾਂ ਕਿਸੇ ਨੂੰ ਅੱਗੇ ਲੈ ਕੇ ਆਉਂਦੇ ਹਾਂ, ਜੇ ਮੰਨ ਲਓ ਮੈਂ ਲਿਆਉਣਾ, ਮੈਂ ਅੱਜ 2 ਬੰਦਿਆਂ ਦਾ ਨਾਮ ਲੈ ਦੇਣਾ ਪਲੇਟਫਾਰਮ ਤੇ, ਉਹਨਾਂ ਨੇ ਲੱਗਣਾ ਕਿ ਮੈਂ ਉਹਦੇ ਤੋਂ ਲੱਗਦਾ, ਸ਼ਾਇਦ ਤਾਂ ਮੈਂ ਉਹਦੇ ਅਗੇਂਸਟ ਲੈ ਰਿਹਾ। ਹਰ ਕੋਈ ਸਰ ਬਿਜ਼ਨਸ ਮੈਨ ਹੈ, ਹਰ ਕੋਈ ਕਹਿੰਦਾ ਮੈਂ ਆਪਣਾ ਪਰਿਵਾਰ ਹੈ, ਅਗਲਾ ਨਿੱਜੀ ਦੁਸ਼ਮਣੀ ਨਹੀਂ ਚਾਹੁੰਦਾ। ਜੇ ਕੋਈ ਸਾਹਮਣੇ ਆਊਗਾ ਐਸੋਸੀਏਸ਼ਨ ਦੇ ਬਿਹਾਫ ਤੇ, ਉਹਨੂੰ ਹੁੰਦਾ ਕਿ ਆਪਣੀ ਕੁਰਸੀ ਕਰਕੇ ਉਹ ਬੰਦਾ ਅੱਗੇ ਆਇਆ, ਤਾਂ ਉਹਨੇ ਆਪਣੀ ਚਮਕਾਉਣ ਲਈ ਉਹ ਬੰਦੇ ਨੂੰ ਭੰਡ ਰਿਹਾ। ਇਸ ਕਰਕੇ ਸਰ ਇਹ ਚੀਜ਼ਾਂ ਕਿਤੇ ਨਾ ਕਿਤੇ ਜਦੋਂ ਆ ਜਾਂਦਾ, ਉਹ
ਇਹ ਸੇਮ ਟੂ ਸੇਮ ਆਇੰਦਾ ਉਹਨੂੰ ਲੱਗਦਾ ਹੈ ਇਸ ਵਪਾਰ ਦੇ ਫੇਕ ਸਿਸਟਮ ਨੇ ਲੋਕਾਂ ਨੂੰ ਇੰਨਾ ਕੁ ਨਿਚੋੜਤਾ, ਲੋਕ ਇੰਨੇ ਪਰੇਸ਼ਾਨ ਹੋ ਗਏ ਨੇ ਕਿ ਹੁਣ ਇਹਦੇ ਬਾਰੇ ਸੀਰੀਅਸਲੀ ਸੋਚਣ ਦੀ ਲੋੜ ਹੈ। ਬਿਲਕੁਲ ਸਰ, ਬਿਲਕੁਲ। ਆਪਾਂ ਹਾਲੇ ਤੁਹਾਨੂੰ ਇਹ ਫੇਕ ਦੀ ਗੱਲ ਕਰ ਰਹੇ ਸੀ। ਫੇਕ ਮੈਂ ਤੁਹਾਨੂੰ ਸਪਾਊਸ ਦੇ ਡਾਕੂਮੈਂਟ ਤੇ ਹਾਲੇ ਦੱਸਦਾ ਜੀ। ਆਪਾਂ ਬੱਚੇ ਨੇ ਕੀ ਹੈ, ਸਪਾਊਸ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਵਿੱਚੇ ਰਹਿ ਗਈ ਸੀ ਆਪਣੀ। ਸਪਾਊਸ ਡਾਕੂਮੈਂਟ ਸਰ ਜਦੋਂ ਬੱਚੇ ਦੇ ਕੀ ਹੈ, ਤੁਸੀਂ ਜਾਣਾ ਹੈ, ਠੀਕ ਹੈ ਜੀ, ਤੁਹਾਡੇ ਵਾਈਫ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ, ਠੀਕ ਹੈ ਜੀ, ਤੁਹਾਡੇ ਕੋਲ ਕੁਆਲੀਫਿਕੇਸ਼ਨ ਘੱਟ ਹੈ, ਕਿਸੇ ਐਮਬੈਸੀ ਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਸੀਂ ਗ੍ਰੈਜੂਏਟ ਪੜ੍ਹੇ ਹੋ, ਲੇਕਿਨ ਏਜੰਟ ਕੀ ਕਰਦੇ ਆ, ਤੁਸੀਂ ਗ੍ਰੈਜੂਏਸ਼ਨ ਤੁਹਾਡੀ ਨਹੀਂ ਹੈਗੀ, ਤੂੰ 10 ਪੜ੍ਹਿਆ ਹੈ, +2 ਪੜ੍ਹਿਆ ਹੈ, ਤੇਰੇ ਇੰਨੇ ਪੈਸੇ ਦੇ, 50,000 ਦੇ, ਲੱਖ ਰੁਪਏ ਦੇ, ਤੇਰੀ ਅਸੀਂ ਗ੍ਰੈਜੂਏਸ਼ਨ ਬਣਾ ਦਾਂਗੇ, ਫਿਰ ਤੂੰ ਆਸਟ੍ਰੇਲੀਆ ਜਾ ਸਕਦਾ ਹੈ। ਈਵਨ ਜੇ ਤੁਸੀਂ 10 ਪੜ੍ਹੇ ਹੋ, 12 ਪੜ੍ਹੇ ਹੋ, ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ, ਬਰਾਬਰ ਕੁਆਲੀਫਿਕੇਸ਼ਨ ਦੀ ਲੋੜ ਨਹੀਂ। ਸਿਰਫ 50-100 ਦੇ ਮਗਰ 1 ਜਾਂ 2 ਯੂਨੀਵਰਸਿਟੀਜ਼ ਆ ਜਿਹੜੀਆਂ ਕਹਿੰਦੀਆਂ ਸਾਨੂੰ ਇਕੁਇਵਲੈਂਟ ਕੁਆਲੀਫਿਕੇਸ਼ਨ ਚਾਹੀਦੀ ਹੈ। ਅਦਰਵਾਈਜ਼ 48 ਯੂਨੀਵਰਸਿਟੀਆਂ ਨਹੀਂ ਕਹਿੰਦੀਆਂ। ਭਾਜੀ ਲੋਕਾਂ ਨੂੰ ਕੰਮ ਹੀ ਨਹੀਂ ਕਰਨਾ ਆਉਂਦਾ, ਉਹਨਾਂ ਨੇ ਤਾਂ ਧੰਦਾ ਬਣਾਇਆ ਪੈਸੇ ਕਮਾਉਣ ਦਾ। ਮਤਲਬ ਹਰ ਥਾਂ ਦੇ ਬੱਚੇ ਤੋਂ ਪੈਸੇ ਲਾਣੇ ਆ। ਜੇ ਸਪਾਊਸ ਨਹੀਂ ਪੜ੍ਹਿਆ ਉਹਦੇ ਪੈਸੇ ਲੈਣੇ ਆ। ਜੇ ਤੇਰਾ ਵਿਆਹ ਇੱਕ ਦਿਨ ਪੁਰਾਣਾ ਹੈ ਤਾਂ ਪੈਸੇ ਲੈਣੇ ਆ। ਤੇਰਾ ਵਿਆਹ ਸਾਲ ਪੁਰਾਣਾ ਨਹੀਂ ਗਾ, ਅਸੀਂ ਸਾਲ ਪੁਰਾਣਾ ਕਰ ਦਾਂਗੇ, ਬੈਕ ਡੇਟ 'ਚ ਕਰ ਦਾਂਗੇ। ਇਸ ਤਰ੍ਹਾਂ ਵੀ ਹੁੰਦਾ ਹੈ ਭਾਜੀ। ਮੈਰਿਜ ਸਰਟੀਫਿਕੇਟ ਹੁਣ ਪਿਛਲੇ 4 ਮਹੀਨੇ ਤੋਂ ਆਨਲਾਈਨ ਜਿਹੜੇ ਆਪਣੇ ਹੁੰਦੇ, ਆਨਲਾਈਨ ਹੁਣੇ ਸ਼ੁਰੂ ਹੋਇਆ 4 ਮਹੀਨੇ ਤੋਂ। ਅਦਰਵਾਈਜ਼ ਪਹਿਲਾਂ ਆਨਲਾਈਨ ਹੁੰਦੇ ਨਹੀਂ ਸੀ, ਉਹ ਡੇਟ ਕਰਕੇ 2 ਸਾਲ ਪੁਰਾਣੀ ਕਰਤੀ। ਹੁਣ ਵੈਸੇ ਇੱਕ ਡਾਕੂਮੈਂਟ ਕਿੱਥੇ ਵੈਰੀਫਾਈ ਕਰੂਗੀ? ਉਹ ਤਾਂ ਆਟੋਮੈਟਿਕਲੀ ਏਜੰਟ ਤੇ ਟਰਸਟ ਕਰੂਗੀ। ਡਾਕੂਮੈਂਟ ਨੋਟਰਾਈਜ਼ ਹੈ, ਉਹਨੇ ਕਿਹਾ ਜੇ ਨੋਟਰਾਈਜ਼ ਕੀਤਾ ਤਾਂ ਸਹੀ ਹੋਏਗਾ। ਹੁਣ ਇਹ ਨਹੀਂ ਪਤਾ ਨਾ ਐਡਿਟ ਕਰਕੇ ਨੋਟਰਾਈਜ਼ ਹੋਇਆ ਪਿਆ ਡਾਕੂਮੈਂਟ। ਤੇ ਸਪਾਊਸ ਦੇ ਸਰਟੀਫਿਕੇਟ ਇਹ ਚੇਂਜ ਹੋ ਜਾਂਦੇ ਆ, ਉਹ ਡਾਕੂਮੈਂਟ ਫੇਕ ਲਾ ਦਿੰਦੇ ਆ। ਮੈਰਿਜ ਸਰਟੀਫਿਕੇਟ 2 ਸਾਲ ਪੁਰਾਣਾ ਕਰ ਦਿੰਦੇ ਆ। ਮਤਲਬ ਪੰਜਾਬ 'ਚ ਭਾਜੀ 10 ਚੋਂ 9 ਏਜੰਟ ਗਲਤ ਕੰਮ ਕਰ ਰਹੇ ਆ। ਬਹੁਤ ਸਾਰੇ ਵੀਡੀਓਜ਼ ਦੇ ਥੱਲੇ ਨੈਗੇਟਿਵ ਕਮੈਂਟ ਆਉਂਦੇ ਆ। ਤਕਰੀਬਨ ਏਜੰਟਸ ਲਾਈਵ ਹੁੰਦੇ, ਤੁਸੀਂ ਵੀ ਲਾਈਵ ਹੁੰਨੇ ਹੋ, ਆਪਣੀ ਕੰਸਲਟੈਂਸੀ ਦੇ ਪੇਜ ਤੋਂ ਤੁਸੀਂ ਵੀ ਲਾਈਵ ਹੁੰਨੇ ਹੋ। ਜਿਹੜੇ ਲੋਕ ਲਿਖਦੇ ਆ, ਕਈ ਵਾਰ ਇਹ ਵੀ ਹੁੰਦਾ ਕਿ ਉਹ ਸੈਟੀਸਫਾਈ ਨਹੀਂ ਹੋ ਸਕੇ, ਫਿਰ ਉਹ ਆਪਣਾ ਗੁੱਸਾ ਕੱਢਦੇ ਆ। ਬਿਲਕੁਲ ਜੀ, ਬਿਲਕੁਲ। ਦੇਖੋ ਵੀਜ਼ੇ ਸਾਡੇ ਵੀ ਸਾਰੇ ਨਹੀਂ ਆਉਂਦੇ। ਮੈਂ ਨਹੀਂ ਕਹਿੰਦਾ ਮੇਰੇ 10 ਚੋਂ 10 ਵੀਜ਼ੇ ਆਉਂਦੇ ਆ। ਸਾਡੇ ਵੀ ਜਿਹੜਾ ਨਾਰਥ ਇੰਡੀਆ ਜੋ ਸਰ ਗਵਰਨਮੈਂਟ ਵੀਜ਼ਾ ਹੀ 10 ਚੋਂ 7 ਜਾਂ 8 ਦਿੰਦੀ ਹੈ। ਜਿਹੜੀ ਸਰਕਾਰ ਦੀ ਆਸਟ੍ਰੇਲੀਆ ਗਵਰਨਮੈਂਟ ਦੀ ਸਕਸੈਸ ਰੇਟ ਹੀ 70-80% ਹੈ। ਫਿਰ ਆਟੋਮੈਟਿਕਲੀ ਸਾਡੇ ਜਿਹੜੇ ਅਸੀਂ ਅਸੈਸਮੈਂਟ ਕੀਤੀ ਹੁੰਦੀ ਹੈ, ਐਮਬੈਸੀ ਹੈ, ਵੀਜ਼ਾ ਅਫਸਰ ਹੈ, ਉਹਨੂੰ ਬੱਚੇ ਮੈਨੂੰ ਪ੍ਰੋਫਾਈਲ ਸਹੀ ਲੱਗੀ ਕਿ ਇਹਦਾ ਵੀਜ਼ਾ ਆ ਜਾਊਗਾ, ਲੇਕਿਨ ਵੀਜ਼ਾ ਅਫਸਰ ਨੂੰ ਨਹੀਂ ਜੱਚਿਆ, ਉਹਨੇ ਰਿਫਿਊਜ਼ ਕਰਤਾ। ਹੁਣ ਅਸੀਂ 10 ਚੋਂ 7-8 ਵੀਜ਼ੇ ਦੇ ਸਕਦੇ ਹਾਂ। ਜਿਹੜੇ 2 ਦੇ ਨਹੀਂ ਵੀਜ਼ੇ ਆਉਂਦੇ ਉਹ ਰਿਫਿਊਜ਼ ਹੁੰਦੇ, ਉਹ ਸਾਡੇ ਤੋਂ ਵੀ ਨਿਰਾਸ਼ ਹੁੰਦੇ ਆ। ਲੇਕਿਨ ਉਹ ਅਗਲੇ ਇਹ ਨਹੀਂ ਕਹਿ ਸਕਦੇ ਕਿ ਸਮਾਰਟ ਸਟੱਡੀ ਨੇ ਮੇਰੇ ਤੋਂ ਇੰਨੇ ਪੈਸੇ ਲਿੱਤੇ, ਕਿਉਂਕਿ ਅਸੀਂ ਪੈਸੇ ਸਰ ਉਹਨਾਂ ਦਾ ਕੁਝ ਨਹੀਂ ਲੈਂਦੇ। ਵੀਜ਼ਾ ਅਸੀਂ ਕੋਈ ਗਲਤ ਡਾਕੂਮੈਂਟ ਨਹੀਂ ਲਾਉਂਦੇ। ਇਹ ਕੋਈ ਬੱਚਾ ਆ ਕੇ ਚੈਲੰਜ ਕਰਦੇ ਕਿਸੇ ਉਹਦੇ ਫੇਕ ਡਾਕੂਮੈਂਟ ਲਾਏ ਆ, ਕੋਈ ਉਹਦੇ ਪੈਸੇ ਨਜਾਇਜ਼ ਲਿੱਤੇ ਆ, ਉਹ ਅਸੀਂ ਸਰ ਬਿਲਕੁਲ ਨਹੀਂ ਕਰਦੇ। ਵੀਜ਼ਾ ਲਵਾਉਣਾ ਨਾ ਲਵਾਉਣਾ ਉਹ ਸਾਡੇ ਹੱਥ ਨਹੀਂ ਗਾ। ਅਸੀਂ ਬੱਚੇ ਨੂੰ ਪਹਿਲਾਂ ਹੀ ਕਹਿੰਦੇ ਆ 10 ਚੋਂ 7 ਜਾਂ 8 ਵੀਜ਼ੇ ਤੇਰੇ ਆਉਣਗੇ। ਹੋ ਸਕਦਾ ਤੇਰੇ ਪ੍ਰੋਫਾਈਲ ਦੇ ਅਕੋਰਡਿੰਗ ਸਾਨੂੰ ਇੰਨਾ ਤਜਰਬਾ ਹੋ ਚੁੱਕਾ। ਮੱਕੜ ਸਾਹਿਬ ਮਹੀਨੇ ਦੇ ਅਸੀਂ 200 ਦੇ ਕਰੀਬ ਫਾਈਲਾਂ ਲਾਉਂਦੇ ਹਾਂ ਸਾਰੀ ਕੰਟਰੀ ਦੇ ਮਿਲਾ ਕੇ। ਇੱਕ ਜਜਮੈਂਟ ਹੋ ਜਾਂਦੀ ਹੈ, ਤੁਹਾਨੂੰ ਇੰਨਾ ਤਜਰਬਾ ਆਪਣੇ ਕੰਮ ਦਾ, ਤੁਹਾਨੂੰ ਪਤਾ ਲੱਗ ਜਾਂਦਾ ਕਿ ਬੰਦਾ ਸਹੀ ਬੋਲ ਰਿਹਾ ਗਲਤ ਬੋਲ ਰਿਹਾ। ਅਸੀਂ ਬੱਚੇ ਨੂੰ ਪਹਿਲਾਂ ਦੱਸ ਦਿੰਦੇ ਹਾਂ ਤੇਰੇ ਕੇਸ ਦੇ ਚਾਂਸ 95% ਚਾਂਸ ਹੈ, 70% ਹੈ, 80% ਹੈ। ਜਦੋਂ ਬੱਚੇ ਨੂੰ ਅਸੀਂ 70% ਕਹਿੰਦੇ ਆ, ਲੇਕਿਨ ਜੋ 2 ਮਹੀਨੇ ਦਾ ਆਫਰ ਆਉਂਦੀ ਹੈ, COE ਲੈਟਰ ਆਉਂਦੀ ਹੈ, ਐਮਬੈਸੀ ਫਾਈਲ ਲੱਗਦੀ ਹੈ, ਇਮੋਸ਼ਨਲ ਅਟੈਚਮੈਂਟ ਇੰਨੀ ਹੋ ਜਾਂਦੀ ਹੈ, ਉਹਨੂੰ ਲੱਗਦਾ ਸ਼ਾਇਦ ਮੇਰਾ ਹੁਣ ਵੀਜ਼ਾ ਵੀ ਆਜੂ, ਕੰਮ ਇੰਨੀ ਨੇੜੇ ਪਹੁੰਚ ਗਿਆ। ਤੇ ਜਦੋਂ ਦਾ ਕੰਮ ਨਹੀਂ ਹੁੰਦਾ ਉਹ ਅੰਦਰੋਂ ਟੁੱਟਦਾ ਹੈ। ਜੋ ਟੁੱਟਦਾ ਫਿਰ ਨਾਲ ਦੇ ਕਹਿੰਦੇ ਯਾਰ ਵੇਖਿਆ ਏਜੰਟ ਨੇ ਤੈਨੂੰ ਪਹਿਲਾਂ ਕਿਹਾ ਸੀ ਵੀਜ਼ਾ ਨਹੀਂ ਆਉਣਾ, ਚਾਹੇ ਅਸੀਂ ਉਹਨੂੰ ਪਹਿਲਾਂ ਕਿਹਾ ਲਿਖਤੀ ਕਿਹਾ ਸੀ ਭਾਈ ਤੇਰਾ 50-60% ਚਾਂਸ ਹੈ, ਲੇਕਿਨ ਉਹ ਜਿਹੜੀ ਇਮੋਸ਼ਨਲ ਅਟੈਚਮੈਂਟ ਬੱਚੇ ਦੀ ਹੋ ਜਾਂਦੀ ਹੈ, ਉਹ ਗੁੱਸਾ ਕਿਤੇ ਨਾ ਕਿਤੇ ਫੁੱਟਦਾ ਹੈ। ਇੱਕ ਮੈਂ ਹੋਰ ਚੀਜ਼ ਬਹੁਤ ਦੇਖੀ ਹੈ ਤੁਹਾਡੀ ਇੰਡਸਟਰੀ ਦੇ ਵਿੱਚ, ਜੇ ਕੋਈ ਬੰਦਾ 2-3 ਥਾਂ ਤੋਂ ਪਹਿਲਾਂ ਰਿਜੈਕਟ ਹੋ ਕੇ ਆਇਆ ਹੈ, ਫਿਰ ਚੌਥਾ ਬੰਦਾ ਪੂਰਾ ਭੇੜੀਆ ਬਣ ਕੇ ਬੈਠਾ ਹੈ। ਉਹ ਫਿਰ ਉਹਨੂੰ ਪੂਰਾ ਉਹਨੂੰ ਜਿਹੜਾ ਮਤਲਬ ਉਹਨੂੰ ਵਰਤਦਾ ਹੈ ਪੂਰਾ ਕਿ ਤੂੰ ਵੇਖ ਉਹਦੇ ਕੋਲੇ ਗਿਆ, ਹੁਣ ਤੂੰ ਮੇਰੇ ਕੋਲੇ ਆ। ਔਰ ਉਹ 2-4 ਸਾਲ ਪੈਸਾ ਪਹਿਲਾਂ ਬਰਬਾਦ ਕਰਕੇ ਫਿਰ ਹੋਰ ਪੈਸਾ ਬਰਬਾਦ ਕਰਦਾ ਹੈ। ਇਹਦੇ ਸਰ ਮੋਸਟਲੀ ਭਾਜੀ ਉਹ ਕਰਦੇ ਜਿਹੜੇ ਬਿਲਕੁਲ ਵਿਹਲੇ ਬੈਠੇ, ਜਿਹਨੂੰ ਕੰਮ ਨਹੀਂ, ਅਗਲਾ ਕਹਿੰਦਾ ਕੋਈ ਅੱਜ ਬੱਕਰਾ ਆਇਆ ਹਲਾਲ ਕਰੀਏ ਇਹਨੂੰ। ਅੱਛਾ, ਇਹ ਉਹਨਾਂ ਲਈ ਕੰਮ ਹੈ ਜੀ। ਹੁਣ ਸਾਡੀ ਪ੍ਰੋਫੈਸ਼ਨਲ ਟੀਮ ਹੈ, ਸਾਡੀ 15-20 ਸਟਾਫ ਹੈ ਸਾਡੇ ਕੋਲ, ਠੀਕ ਹੈ ਜੀ, ਜਿਹੜਾ ਕਾਉਂਸਲਿੰਗ ਕਰਦਾ। ਅਦਰਵਾਈਜ਼ 100 ਤੋਂ ਵੱਧ ਸਟਾਫ ਹੈ। ਈਵਨ ਅਸੀਂ ਭਾਜੀ ਰੋਜ਼ 25 ਤੋਂ 30 ਬੰਦੇ ਦਫ਼ਤਰੋਂ ਬਾਹਰ ਵਾਪਸ ਮੋੜਦੇ ਹਾਂ। ਤੇਰਾ ਕੰਮ ਨਹੀਂ ਹੋਣਾ, ਤੂੰ ਆਪਣੇ ਕਾਗਜ਼ ਲੈ ਜਾ, ਕਿਸੇ ਹੋਰ ਕੋਲ ਚਲਾ ਜਾ। ਮਤਲਬ ਸਾਡੀ ਟੀਮ ਦੀ ਇਹ ਖਾਸੀਅਤ ਹੈ, ਜੋ ਅਸੀਂ ਕਮਿਟਮੈਂਟ ਕਰਤੀ ਉਹਦੇ ਪੂਰਾ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੋ ਅਸੀਂ ਬੱਚੇ ਨੂੰ ਪੈਸੇ ਗਏ ਉਹੀ ਪੈਸੇ ਲੈਂਦੇ ਹਾਂ, ਕੰਮ ਕਰਾ ਕੇ ਪੈਸੇ ਲੈਂਦੇ ਹਾਂ, ਪਹਿਲਾਂ ਕੋਈ ਪੈਸੇ ਨਹੀਂ ਲੈਂਦੇ। ਜੇ ਤੇਰਾ ਕੰਮ ਨਹੀਂ ਹੋਊਗਾ ਕੱਲ ਨੂੰ ਅਗਲਾ ਇਹ ਨਹੀਂ ਕਹਿ ਸਕਦਾ ਕਿ ਮੇਰਾ ਨੁਕਸਾਨ ਕਰਾਤਾ। ਕੰਮ ਕਰਾ ਕੇ 50,000 ਲੱਖ ਰੁਪਏ ਜ਼ਰੂਰ ਵੱਧ ਲੈ ਲਈਦਾ, ਲੇਕਿਨ ਕਿਉਂਕਿ ਆਲਰੇਡੀ ਅਸੀਂ ਕੋਲੋਂ ਜੇਬ ਚੋਂ 7-8 ਲੱਖ ਰੁਪਏ ਲਾਣਾ ਹੁੰਦਾ, ਲੇਕਿਨ ਬੱਚੇ ਨੂੰ ਦੱਸ ਕੇ ਲੈਂਦੇ ਹਾਂ ਕਿ ਤੇਰੇ ਤੋਂ ਇੰਨੇ ਪੈਸੇ ਲੈ ਰਹੇ ਹਾਂ, ਉਸ ਤੋਂ 1 ਰੁਪਇਆ ਸਰ ਵੱਧ ਨਹੀਂ ਲੈਂਦੇ ਅਸੀਂ। ਪਿੱਛੇ ਜੇ ਕਿਹਾ ਗਿਆ ਸੀ ਕਿ ਇਸ ਸਾਲ ਆਸਟ੍ਰੇਲੀਆ 'ਚ ਕੋਈ ਵੀਜ਼ਾ ਨਹੀਂ ਲੱਗੂਗਾ, ਕੋਈ ਆਸਟ੍ਰੇਲੀਆ ਨਹੀਂ ਜਾ ਸਕੂ। ਸਰਕਾਰ ਨੇ ਕਹਿਤਾ ਕਿ ਕੋਵਿਡ ਕਰਕੇ ਅਸੀਂ ਨਹੀਂ ਆਉਣ ਦੇਣਾ। ਹੁਣ ਸਟੇਟਸ ਕੀ ਹੈ ਉੱਥੇ? ਸਰ ਪਿਛਲੇ ਮਹੀਨੇ ਸਮਾਰਟ ਸਟੱਡੀ ਦੇ ਮੈਂ ਦਾਅਵਾ ਕਰ ਸਕਦਾ 50 ਤੋਂ ਵੱਧ ਵੀਜ਼ੇ ਲੈਣ ਵਾਲੀ ਨਾਰਥ ਇੰਡੀਆ ਦੀ ਸਾਡੀ ਇਕੱਲੀ ਕੰਪਨੀ ਹੈ ਜਿਹਨੇ ਆਸਟ੍ਰੇਲੀਆ ਦੇ 50 ਤੋਂ ਵੱਧ ਵੀਜ਼ੇ ਲਿੱਤੇ ਹੈ। ਤੇ ਇਸ ਕਰਕੇ ਆਸਟ੍ਰੇਲੀਆ ਸਰ ਕੰਟਰੀ ਐਵੇਂ ਦੀ ਜਿਹੜੇ ਪੰਜਾਬ 'ਚ 5-7 ਵਧੀਆ ਬੰਦੇ ਕੰਮ ਕਰਦੇ ਆ, ਅਦਰਵਾਈਜ਼ ਲੋਕਾਂ ਨੂੰ ਆਸਟ੍ਰੇਲੀਆ ਦਾ ਕੰਮ ਕਰਨਾ ਹੀ ਨਹੀਂ ਆਉਂਦਾ। ਸਾਰੇ ਕੈਨੇਡਾ ਕਰੀ ਜਾਂਦੇ ਆ, UK ਕਰੀ ਜਾਂਦੇ ਆ, ਭੇਡ ਚਾਲ ਹੈ। ਲੇਕਿਨ ਸਾਨੂੰ 13 ਸਾਲ ਹੋ ਗਏ ਆਸਟ੍ਰੇਲੀਆ ਕਰਦੇ।
ਮੈਂ ਇਹ ਤੁਹਾਨੂੰ ਦੁਬਾਰਾ ਕਹਿ ਰਿਹਾ ਕਿ 50 ਤੋਂ ਵੱਧ ਵੀਜ਼ੇ ਲੈਣ ਵਾਲੀ ਨਾਰਥ ਇੰਡੀਆ ਦੀ ਪਿਛਲੇ ਮਹੀਨੇ 'ਚ ਮੈਨੂੰ ਨਹੀਂ ਲੱਗਦਾ ਆਫਟਰ ਕੋਵਿਡ ਕਿਸੇ ਨੇ ਇੰਨੇ ਵੀਜ਼ੇ ਲਿੱਤੇ ਹੋਣਗੇ। ਇਹ ਵੀਜ਼ੇ ਜਿਹੜੇ ਮਾਰਚ ਤੋਂ ਪਹਿਲਾਂ ਦੇ ਅਪਲਾਈ ਹੋਏ ਜਿਹੜੇ ਮਾਰਚ ਤੋਂ ਪਹਿਲਾਂ ਦੇ ਅਪਲਾਈ ਸੀ, ਥੋੜੇ ਜੁਲਾਈ ਦੇ ਵਿੱਚ ਅਸੀਂ ਲਾਈਆਂ ਸੀ ਫਾਈਲਾਂ, ਉਹ ਵੀ ਆਏ ਆ। ਹਾਂਜੀ ਹਾਂਜੀ, ਕਿਉਂਕਿ ਜੂਨ ਜੁਲਾਈ 'ਚ ਇਹ ਕਿਹਾ ਜਾ ਰਿਹਾ ਸੀਗਾ ਕਿ ਸਿਰਫ ਗੁੰਮਰਾਹ ਕੀਤਾ ਜਾ ਰਿਹਾ, ਕੋਈ ਵੀਜ਼ਾ ਦੀ ਪ੍ਰੋਸੈਸਿੰਗ ਤੱਕ ਨਹੀਂ। ਸਰ ਜਿਹੜੀਆਂ ਅਸੀਂ ਫਾਈਲਾਂ ਫੀਸਾਂ ਭਰੀਆਂ ਹੋਈਆਂ ਸੀ ਉਹਨਾਂ ਦੇ ਫਾਈਲਾਂ ਲਾਈਆਂ, ਉਹਨਾਂ ਦੇ ਵੀਜ਼ੇ ਆਏ ਆ। ਅਗਸਤ ਵਾਲੀਆਂ ਫਾਈਲਾਂ ਜਿਹੜੀਆਂ ਲਾਈਆਂ ਉਹ ਵੀ 6-6 ਦਿਨਾਂ 'ਚ ਵੀਜ਼ੇ ਆਏ। ਉਹ ਰੈਂਡਮਲੀ ਆਉਂਦੇ, ਹਰ ਕੋਈ ਵੀਜ਼ਾ ਨਹੀਂ ਆਉਂਦਾ। 10 ਚੋਂ ਕੀ ਹੈ ਗਵਰਨਮੈਂਟ ਫਾਈਲਾਂ ਚੱਕਦੀ ਹੈ, ਉਹ 10 ਚੋਂ 2-3 ਕੇਸ ਐਵੇਂ ਦੇ ਜਿਹੜੇ ਅਸੀਂ ਅਗਸਤ 'ਚ ਲਾਏ ਉਹ ਵੀ ਵੀਜ਼ੇ ਆਏ ਆ। ਮੋਸਟਲੀ ਜਿਹੜੀ ਫਾਈਲਾਂ ਸੀ ਉਹ ਮਾਰਚ ਤੋਂ ਪਹਿਲਾਂ ਦੀਆਂ ਸੀ। ਹੁਣ ਦਾ ਕੀ ਸਟੇਟਸ ਹੈ? ਹੁਣ ਸਰ ਫਲਾਈਟਾਂ ਵੇਖੋ, ਐਡੀਲੇਡ ਪ੍ਰੋਗਰਾਮ ਗਵਰਨਮੈਂਟ ਨੇ ਸ਼ੁਰੂ ਕੀਤਾ ਹੈ, ਜਿਹੜਾ ਸਤੰਬਰ ਦੇ ਵਿੱਚ ਇੱਕ ਟ੍ਰਾਇਲ ਪ੍ਰੋਗਰਾਮ ਸ਼ੁਰੂ ਕਰ ਰਹੇ ਆ, ਪਾਇਲਟ ਪ੍ਰੋਗਰਾਮ ਉਹਨੂੰ ਕਹਿ ਰਹੇ ਆ। ਉਹਦੇ 'ਚ ਉਹਨਾਂ ਨੇ ਐਡੀਲੇਡ ਦੇ 300 ਬੱਚਾ ਸਾਊਥ ਈਸਟ ਏਸ਼ੀਆ ਤੋਂ ਜਾ ਰਿਹਾ ਹੈ। ਠੀਕ ਹੈ ਜੀ, ਆਪਣੇ ਇੰਡੀਆ ਆ ਗਿਆ, ਸਿੰਗਾਪੁਰ ਆ ਗਿਆ, ਇੱਧਰੋਂ ਦੀ 300 ਬੱਚਾ ਉੱਥੇ ਟਰੈਵਲ ਕਰ ਰਿਹਾ। ਜੇਕਰ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ, ਕੋਵਿਡ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਤਾਂ ਬਾਕੀ ਸਟੇਟਸ ਦੇ ਵਿੱਚ ਅਕਤੂਬਰ ਨਵੰਬਰ ਦੇ ਫਲਾਈਟਾਂ ਓਪਨ ਉਮੀਦ ਕਰ ਸਕਦੇ ਹਾਂ ਕਿ ਓਪਨ ਹੋ ਜਾਣਗੀਆਂ। ਲੇਕਿਨ ਅਸੀਂ ਭਾਈ ਸਾਰੇ ਬੱਚਿਆਂ ਦਾਖਲੇ ਫਰਵਰੀ ਇਨਟੇਕ ਲਈ ਕਰ ਰਹੇ ਹਾਂ। ਬੱਚਿਆਂ ਨੂੰ ਕਹਿ ਰਹੇ ਹਾਂ ਅਸੀਂ ਤੁਹਾਡਾ ਦਾਖਲਾ ਫਰਵਰੀ ਇਨਟੇਕ ਲਈ ਕਰਾਵਾਂਗੇ, ਤੁਹਾਨੂੰ ਆਨਲਾਈਨ ਨਾ ਪੜ੍ਹਨਾ ਪਵੇ। ਆਨਲਾਈਨ ਪੜ੍ਹ ਕੇ, ਕਿਉਂਕਿ ਫੈਸਿਲਿਟੀ ਹੈ ਨਹੀਂ, ਆਨਲਾਈਨ ਬੱਚਾ ਪੜੂਗਾ, ਘਰੇ ਨੈਟ ਨਹੀਂ ਚੱਲਦਾ, ਗੁੰਮਰਾਹ ਹੋਊਗਾ। 4-5 ਲੱਖ ਰੁਪਏ ਫੀਸ ਹੈ 6 ਮਹੀਨੇ ਦੀ। 6 ਮਹੀਨੇ ਇੱਥੇ ਪੜ੍ਹਤੀ, ਉੱਥੇ ਬੱਚੇ ਜਾ ਕੇ ਪੈਸੇ ਕਮਾ ਕੇ ਕੱਢਣੀ ਅਗਲੀ ਫੀਸ। ਠੀਕ ਹੈ ਨਾ, ਏਜੰਟ ਤਾਂ ਕਹਿੰਦੇ ਸਤੰਬਰ ਦਾਖਲਾ ਕਰਾ ਦਾਂਗੇ, 6 ਮਹੀਨੇ ਤੂੰ ਆਨਲਾਈਨ ਪੜ੍ਹ ਲੈ, ਬਾਅਦ ਜੋ ਵੀਜ਼ੇ ਨਹੀਂ ਲੱਗਣੇ। ਲੇਕਿਨ ਅਸੀਂ ਪਹਿਲਾਂ ਹੀ ਫਰਵਰੀ ਦਾਖਲਾ ਕਰਾ ਰਹੇ ਹਾਂ ਤਾਂ ਕਿ ਬੱਚੇ ਦਾ ਪੈਸਾ ਨੁਕਸਾਨ ਨਾ ਹੋਵੇ। ਇਹਦੇ ਤੇ ਵੀ ਕਲੈਰਿਟੀ ਦਿਓ। ਮੈਂ ਪਹਿਲਾਂ ਵੀ 1-2 ਵਾਰ ਇੰਟਰਵਿਊਜ਼ ਕੀਤੀ ਤਾਂ ਮੈਨੂੰ ਸਵਾਲ ਆਏ ਥੱਲੇ ਲਿਖੇ ਹੋਏ। ਇੱਕ ਦੋ ਹੋਰ ਸਾਡੇ ਮਹਿਮਾਨ ਉਹ ਆਏ, ਉਹਨਾਂ ਦੀਆਂ ਇੰਟਰਵਿਊਜ਼ ਹੋਈਆਂ। ਉਹਨਾਂ ਨੇ ਕਿਹਾ ਸੀ ਸਪਟੰਬਰ ਜਾਂ ਅਕਤੂਬਰ ਦੇ ਵਿੱਚ ਆਸਟ੍ਰੇਲੀਆ ਜਾਂ ਕੈਨੇਡਾ ਦੇ ਵੀਜ਼ੇ ਅਸੀਂ ਲਵਾ ਦੇਾਂਗੇ। ਤਾਂ ਤੁਸੀਂ ਸਿਰਫ ਆਸਟ੍ਰੇਲੀਆ ਦੀ ਗੱਲ ਕਰ ਰਹੇ ਹੋ, ਕੀ ਉਹ ਪੋਸੀਬਲ ਹੈ ਸਪਟੰਬਰ ਅਕਤੂਬਰ? ਸਰ ਵੇਖੋ, ਵੀਜ਼ੇ ਲੱਗ ਗਏ ਲੇਕਿਨ ਹੁਣ ਬੱਚਿਆਂ ਨੂੰ ਆਨਲਾਈਨ ਪੜ੍ਹਨਾ ਪੈ ਰਿਹਾ। ਠੀਕ ਹੈ ਜੀ, ਕਿਉਂਕਿ ਫਲਾਈਟਸ ਨਹੀਂ ਚੱਲ ਰਹੀਆਂ। ਠੀਕ ਹੈ ਨਾ, ਕੈਨੇਡਾ ਹੀ ਚੱਲ ਰਹੀਆਂ। ਕੈਨੇਡਾ ਨੇ ਵੀ ਕਹਿਤਾ ਕਿ ਅਸੀਂ 3 ਦਸੰਬਰ ਤੋਂ ਪਹਿਲਾਂ ਫਲਾਈਟਾਂ ਨਹੀਂ ਚਲਾਉਣੀਆਂ। ਤਾਂ ਤੁਸੀਂ ਐਡਵੋਕੇਟ ਨਹੀਂ ਕਰਦੇ ਕਿ ਆਨਲਾਈਨ ਪੜ੍ਹਾਈ ਕੇ ਇੱਕ ਵਾਰੀ ਫੀਸ ਭਰ ਦਿਓ, ਉੱਥੇ ਵੀਜ਼ਾ ਤੁਹਾਡਾ ਆ ਜੇ, ਜਾਂ ਵੀਜ਼ਾ ਆ ਰਿਹਾ ਜਾਂ ਨਹੀਂ ਆ ਰਿਹਾ? ਸਰ ਵੀਜ਼ਾ ਆ ਰਿਹਾ ਜੀ, ਵੀਜ਼ਾ ਤਿੰਨੋਂ ਕੰਟਰੀਆਂ ਦੇ ਆ ਰਹੇ ਆ, ਫਲਾਈਟ ਨਹੀਂ ਜਾ ਰਹੀ, ਫਲਾਈਟਾਂ ਨਹੀਂ ਚੱਲ ਰਹੀਆਂ। ਤਾਂ ਤੁਸੀਂ ਇਹ ਕਹਿੰਦੇ ਹੋ ਕਿ ਸਪਟੰਬਰ ਦੀ ਥਾਂ ਤੇ ਫਰਵਰੀ ਦਾਖਲਾ ਕਰਾ ਰਹੇ ਹਾਂ ਬੱਚੇ ਦਾ, ਤਾਂ ਕਿ ਜਿਹੜੇ ਬੱਚਿਆਂ ਨੇ ਭਾਜੀ 5-6 ਲੱਖ ਰੁਪਏ ਫੀਸ ਭਰਨੀ ਹੈ, ਹੋਰ ਉਸ ਤੋਂ ਬਾਅਦ ਉਹਨੇ ਟਿਕਟ ਲੈਣੀ ਆ, ਹੋਰ ਖਰਚੇ 8-9 ਲੱਖ ਰੁਪਏ ਬੱਚੇ ਦਾ ਲੱਗ ਜਾਂਦਾ। ਉਸ ਤੋਂ ਬਾਅਦ ਬੱਚੇ ਕੋਲ ਆਪਣੇ ਖਰਚੇ ਕੱਢਣ ਜੋਗੇ ਹੈ ਨਹੀਂ। ਜੇ 6 ਮਹੀਨੇ ਇੱਥੇ ਪੜ੍ਹ ਲਏ ਤਾਂ ਅਗਲੀ ਫੀਸ ਕਿੱਥੋਂ ਕੱਢੂਗਾ? ਘਰਦਿਆਂ ਦੇ ਅੱਗੇ ਪਹਿਲਾਂ ਕਰਜ਼ਾ ਚੜਾਇਆ, ਉਹਨੇ ਜ਼ਮੀਨ ਵੇਚੀ ਹੋਈ ਹੈ। ਹੁਣ ਏਜੰਟ ਤਾਂ ਕਹਿੰਦੇ ਆਪਣੇ ਲੱਖ ਰੁਪਏ ਕਮਾਉਣ ਲਈ ਕਮਿਸ਼ਨ ਆਜੂ, ਸਤੰਬਰ ਤੁਸੀਂ ਆਨਲਾਈਨ ਕਲਾਸਾਂ ਲਾਓ, ਨਹੀਂ ਤਾਂ ਵੀਜ਼ੇ ਨਹੀਂ ਆਣੇ। ਭਾਜੀ ਵੀਜ਼ੇ ਦਾ ਪਿਛਲੇ 10 ਸਾਲ ਤੋਂ ਆਸਟ੍ਰੇਲੀਆ ਦੇ ਆ ਰਿਹਾ, ਕਦੀ ਬੰਦ ਹੀ ਨਹੀਂ ਹੋਏ। ਕੈਨੇਡਾ ਦੇ ਆ ਰਹੇ ਆ, ਲੇਕਿਨ ਉਹੀ ਗੱਲ ਹੈ, ਆਪਣੇ ਪੈਸੇ ਕਮਾਉਣ ਲਈ, ਆਪਣਾ ਲੱਖ ਰੁਪਏ ਕਮਾਉਣ ਲਈ ਬੱਚੇ ਦਾ 10 ਲੱਖ ਰੁਪਏ ਮਿੱਟੀ ਕਰੀ ਜਾਂਦੇ। ਤਾਂ ਇਹ ਵੀ ਇੱਕ ਤਰੀਕਾ ਹੈ ਕਿ ਜੇ ਤੁਸੀਂ ਨਹੀਂ ਸਪਟੰਬਰ ਦੇ ਲਾਓਗੇ ਵੀਜ਼ਾ, ਆਨਲਾਈਨ ਨਹੀਂ ਪੜੋਗੇ, ਗਾਂ ਜਾ ਕੇ ਵੀਜ਼ੇ ਨਹੀਂ ਮਿਲਣੇ। ਹਾਂ ਬਸ ਉਹ ਮੇਨ ਗੁੰਮਰਾਹ ਕਰ ਰਿਹਾ ਸਰ, ਕਿਸੇ ਨਾ ਕਿਸੇ ਤਰੀਕੇ ਆ ਗਿਆ ਉਹਨੂੰ ਨੈਗੇਟਿਵ ਕਰ ਦੇਣਾ। ਜਿਵੇਂ ਬੰਦਾ ਕਹਿੰਦਾ ਪੰਡਤ ਕੋਲ ਜਾ ਕੇ ਫਸ ਗਿਆ, ਤੂੰ ਕੁਝ ਗਲਤ ਕਰੇਗਾ, 4 ਮੁੰਦਰੀਆਂ ਪਾ, ਨਹੀਂ ਤੇਰਾ ਵਿਆਹ ਨਹੀਂ ਹੋਣਾ, ਤੇਰਾ ਵੀਜ਼ਾ ਨਹੀਂ ਲੱਗਣਾ। ਬਸ ਉਹ ਆ ਗਿਆ, ਉਹਨੂੰ ਨੈਗੇਟਿਵ ਇੰਨਾ ਕਰ ਦੇਣਾ ਕਿ ਅਗਲਾ ਕਹਿੰਦਾ ਬਸ ਮੇਰਾ ਫਿਊਚਰ ਖਤਮ ਹੈ। ਇਹੀ ਬੰਦਾ ਸਹੀ ਹੈ ਜੋ ਇਹਨੇ ਕਹਿਤਾ ਅੱਜ ਹੀ ਮੈਂ ਕਰ ਲਵਾਂ, ਮਤਲਬ ਉਹਨਾਂ ਨੂੰ ਨੈਗੇਟਿਵ ਇੰਨਾ ਕਰ ਦਿੰਦੇ। ਸਪਾਊਸ ਦਾ ਵੀ ਕਲੀਅਰ ਕਰ ਦਿਓ ਕਿ ਸਪਾਊਸ ਵੀ ਜਾ ਸਕਦੇ। ਬਿਲਕੁਲ ਸਰ, ਜੇਕਰ ਬੱਚੇ ਨੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਉਹਦਾ ਸਪਾਊਸ ਉਹਦੇ ਨਾਲ ਕੈਰੀ ਕਰ ਸਕਦਾ, ਨਾਲ ਜਾ ਸਕਦਾ, ਪ੍ਰੋਪਰ ਉਹਨੂੰ ਫੁੱਲ ਰਾਈਟਸ ਮਿਲਦੇ ਆ। ਚਾਹੇ ਉਹ 10 ਪੜ੍ਹਿਆ ਤਾਂ ਵੀ ਨਾਲ ਜਾ ਸਕਦਾ, ਜੇ ਉਹਨੇ 1 ਦਿਨ ਪੁਰਾਣਾ ਵਿਆਹ ਕਰਾਇਆ ਤਾਂ ਵੀ ਜਾ ਸਕਦਾ। ਲੇਕਿਨ ਵਿਆਹ ਜੈਨੂਇਨ ਹੋਣਾ ਚਾਹੀਦਾ, ਕੰਟੈਕਟ ਮੈਰਿਜ ਨਹੀਂ ਹੋਣੀ ਚਾਹੀਦੀ। ਕਿਉਂਕਿ ਪੰਜਾਬ 'ਚ ਤੁਹਾਨੂੰ ਪਤਾ ਕੰਟੈਕਟ ਮੈਰਿਜ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ। ਆਪਸ 'ਚ 2 ਮੁੰਡਾ ਕੁੜੀ ਦੇਖ ਲਏ, ਇੱਕ ਕੁੜੀ ਵਾਲੇ ਨੇ ਗਰੀਬ ਘਰ ਤੋਂ ਵਿਚਾਰੀ, ਉਹਨੇ ਆਇਲਸ ਕਰ ਲਿਆ, ਪੜ੍ਹੀ ਲਿਖੀ ਕੁੜੀ ਹੈ, ਮਾਪਿਓ ਪੈਸਾ ਨਹੀਂ ਲਾ ਸਕਦੇ, ਮੁੰਡੇ ਵਾਲੇ ਕੋਲ ਪੈਸਾ, ਸਾਰੀ ਉਮਰ ਪੜ੍ਹਿਆ ਨਹੀਂ, ਐਸ਼ ਕੀਤੀ ਹੈ, ਹੁਣ ਕਹਿੰਦੇ ਚਲੋ ਕਿੱਲਾ ਵੇਚ ਦਾਂਗੇ, 20-25 ਲੱਖ ਰੁਪਏ ਲਾ ਕੇ ਨਾਲ ਬਾਹਰ ਭੇਜ ਦਾਂਗੇ। ਉਹ ਕੰਟੈਕਟ ਮੈਰਿਜ ਅਸੀਂ ਨਹੀਂ ਰਿਕਮੈਂਡ ਕਰਦੇ, ਨਾ ਅਸੀਂ ਉਹ ਫਾਈਲਾਂ ਫੜਦੇ ਹਾਂ। ਜੇ ਤੁਸੀਂ ਜੈਨੂਇਨ ਵਿਆਹ ਕੀਤਾ, ਸਾਰੇ ਪ੍ਰੂਫ ਦੋਗੇ, ਤੁਸੀਂ ਇਕੱਠੇ ਰਹਿ ਰਹੇ ਹੋ, ਲਿਵ ਇਨ 'ਚ ਰਹਿ ਰਹੇ ਹੋ, ਤਾਂ ਅਸੀਂ ਤੁਹਾਡੀ ਫਾਈਲ ਲਵਾਵਾਂਗੇ। ਇੱਕ ਇਹ ਵੀ ਬਹੁਤ ਸਾਰੇ ਲੋਕ ਜਿਹੜੇ ਕੈਨੇਡਾ ਹੀ ਡੀਲ ਕਰਦੇ ਆ, ਉਹ ਕਹਿੰਦੇ ਕਿ ਆਸਟ੍ਰੇਲੀਆ ਨਾ ਜਾਓ, PR ਨਹੀਂ ਹੁੰਦੀ ਉੱਥੇ ਜਾ ਕੇ। ਸਰ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਹੀ ਹੈ ਜੀ, ਆਸਟ੍ਰੇਲੀਆ ਕਰਨਾ ਹੀ ਨਹੀਂ ਆਉਂਦਾ। ਜਿਹੜੇ ਬੰਦੇ ਨੂੰ ਆਪਣੀ ਚੀਜ਼ ਨਹੀਂ ਆਉਂਦੀ ਉਹਨੂੰ ਦੂਜੀ ਚੀਜ਼ ਮਾੜੀ ਲੱਗਦੀ ਹੈ। ਜਦੋਂ ਕੈਨੇਡਾ ਸਰ ਹਰ ਕੋਈ ਕਰ ਲੈਂਦਾ, ਆਸਟ੍ਰੇਲੀਆ ਕਰਨਾ ਹੀ ਨਹੀਂ ਆਉਂਦਾ। ਸਰ GT ਆਸਟ੍ਰੇਲੀਆ ਦੀ ਕਰਾਉਣ ਨੂੰ 40 ਤੋਂ 45 ਦਿਨ ਲੱਗ ਜਾਂਦੇ ਆ। ਠੀਕ ਹੈ ਜੀ, ਕੈਨੇਡਾ 'ਚ ਕੀ ਹੈ, ਸਿੰਪਲ 2 ਡਾਕੂਮੈਂਟ ਭੇਜੇ, ਆਫਰ ਮੰਗਾਈ, ਫੀਸ ਜਮ੍ਹਾਂ ਕਰਾਤੀ, ਹੋ ਗਿਆ। ਇੱਥੇ ਸਰ GT ਅਪਰੂਵਲ ਕਰਾਉਣ ਲਈ ਜੈਨੂਇਨ ਡਾਕੂਮੈਂਟ ਦਿਖਾਣੇ ਪੈਂਦੇ ਆ, 25 ਲੱਖ ਰੁਪਏ ਫੰਡ ਰੱਖਣੇ ਪੈਂਦੇ ਆ। ਇੱਥੇ 25 ਲੱਖ ਰੁਪਏ ਉਹਨਾਂ ਦੀ ਠੱਗੀ ਮਾਰਨੀ ਆ, ਜੈਨੂਇਨ ਕਿੱਥੋਂ ਰੱਖਣਗੇ? ਇਸ ਕਰਕੇ ਜਦੋਂ ਜੇਬ 'ਚੋਂ ਪੈਸੇ ਲੱਗਣੇ ਆ ਤਾਂ ਆਟੋਮੈਟਿਕਲੀ ਕਮਾਈ ਨਹੀਂ ਹੋਣੀ, ਕੰਮ ਨਹੀਂ ਸਮਝ ਆਣਾ, ਫਿਰ ਆਪਣੇ ਆਪ ਨੂੰ ਮਾੜਾ ਕਹਿਣਾ ਹੀ ਕਹਿਣਾ ਹੈ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਬਿਲਕੁਲ ਬਿਲਕੁਲ। ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਔਰ ਜੇ ਕੋਈ ਜਾਣਕਾਰੀ ਤੁਹਾਡੇ ਤੌਰ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਮੈਂ ਚਾਹੁੰਦਾ ਕਿ ਉਹ ਵੀ ਤੁਸੀਂ ਕਰੋ। ਹਾਂਜੀ, ਮੈਂ ਤਾਂ ਇਹੀ ਕਹੂੰਗਾ ਜੀ ਤੁਸੀਂ ਆਪਣੀ ਫਾਈਲ ਜਿੱਥੋਂ ਵੀ ਲਵਾਉਣੀ ਹੈ, ਜਿੱਥੋਂ ਮਰਜ਼ੀ ਲਵਾਓ, ਸਾਡੇ ਤੋਂ ਆਉਣਾ, ਸਾਡੇ ਤੋਂ ਸਲਾਹ ਲਓ, ਲੇਕਿਨ ਫੇਕ ਡਾਕੂਮੈਂਟ ਤੋਂ ਬਚੋ। ਪੰਜਾਬ 'ਚ ਜਿਹੜਾ ਧੰਦਾ ਇਸ ਟਾਈਮ ਚੱਲ ਰਿਹਾ ਫੇਕ ਡਾਕੂਮੈਂਟ ਦਾ, ਫੇਕ ਆਇਲਸ ਚੱਲ ਰਿਹਾ, ਫੇਕ ਸਪਾਊਸ ਦੇ ਡਾਕੂਮੈਂਟ ਚੱਲ ਰਿਹਾ, ਫੇਕ ਬੈਂਕ ਸਟੇਟਮੈਂਟਾਂ ਚੱਲ ਰਹੀਆਂ। ਉਹ ਚੀਜ਼ਾਂ ਤੋਂ ਬਚ ਕੇ ਆਪਣੀ ਫਾਈਲ ਇੱਕ ਡਾਕੂਮੈਂਟ ਆਪ ਚੈੱਕ ਕਰੋ, ਅੰਬੈਸੀ ਕੀ ਡਾਕੂਮੈਂਟ ਲੱਗ ਰਿਹਾ, ਤਾਂ ਕਿ ਕੱਲ੍ਹ ਨੂੰ ਤੁਸੀਂ ਕਿਸੇ ਚੀਜ਼ ਤੋਂ ਪਛਤਾਓ ਨਾ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ।
ਸੋ ਬਚੋ, ਜਿੰਨਾ ਬਚਾਅ ਹੁੰਦਾ ਫੇਕ ਡਾਕੂਮੈਂਟਸ ਤੋਂ, ਫੇਕ ਲੋਕਾਂ ਤੋਂ ਬਚਾਅ ਦੀ ਲੋੜ ਹੈ। ਇਸ ਪੇਸ਼ਕਸ਼ 'ਚ ਨਾ ਇਜਾਜ਼ਤ ਦਿਓ। ਧੰਨਵਾਦ।